ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਭਾਈ ਬਲਜੀਤ ਸਿੰਘ ਦਾਦੂਵਾਲ ਮੌਜੂਦ ਨੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਨੇ। ਗੱਲਬਾਤ ਅਸੀਂ ਕੁਝ ਪੰਥਕ ਮਸਲਿਆਂ ਤੇ ਹਰਿਆਣਾ ਦੀ ਕਮੇਟੀ ਨੂੰ ਲੈ ਕੇ ਤੇ ਇਹਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੇ ਉੱਤੇ ਕਰਾਂਗੇ। ਸਵਾਗਤ ਹੈ ਤੁਹਾਡਾ ਦਾਦੂਵਾਲ ਸਾਹਿਬ। ਧੰਨਵਾਦ ਜੀ ਸੁਖਵਿੰਦਰ ਸਿੰਘ ਜੀ, ਤੁਹਾਡਾ ਤੇ ਤਖਤ ਪੰਜਾਬ ਚੈਨਲ ਦੀ ਸਮੁੱਚੀ ਟੀਮ ਦਾ ਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਦੂਵਾਲ ਸਾਹਿਬ, ਪਹਿਲਾ ਸਵਾਲ ਕਿ ਜਗਦੀਸ਼ ਸਿੰਘ ਝੀਂਡਾ ਸਾਹਿਬ ਲਗਾਤਾਰ ਅਕਾਲ ਤਖਤ ਸਾਹਿਬ ਤੇ ਪਹੁੰਚ ਕਰ ਰਹੇ ਨੇ। ਹੁਣ ਉਹਨਾਂ ਨੇ ਨਵੀਂ ਮੰਗ ਰੱਖਤੀ ਆਪਣੇ ਨਾਲ, ਕਹਿੰਦੇ 40-41 ਸ਼ਾਇਦ ਮੈਂਬਰ ਨੇ, ਉਹਨਾਂ ਨੂੰ ਲੈ ਕੇ ਕਿ ਸਾਡੀ ਵੱਖਰੀ ਕਮੇਟੀ ਨੂੰ ਮਾਨਤਾ ਦਿਓ। ਰੌਲਾ ਪਹਿਲਾਂ ਵੀ ਰਹਿੰਦਾ ਸੀ ਕਿ ਵੱਖਰੀ ਕਮੇਟੀ ਹਰਿਆਣੇ 'ਚ ਬਣਾਓ। ਜੇ ਹੁਣ ਬਣ ਚੁੱਕੀ ਆ ਤਾਂ ਉਹਨੂੰ ਲੈ ਕੇ ਤੁਹਾਡਾ ਰੁਖ ਹੋਰ ਤਰ੍ਹਾਂ ਦਾ, ਝੀਂਡਾ ਸਾਹਿਬ ਦਾ ਰੁਖ ਹੋਰ ਤਰ੍ਹਾਂ ਦਾ। ਮੈਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦਾ ਕਿ ਦੇਖੋ, ਹਰੇਕ ਦੇ ਵਿਚਾਰ ਆਪੋ ਆਪਣੇ ਹੁੰਦੇ ਆ ਤੇ ਕੌਣ ਕਿਸ ਵਿਚਾਰਾਂ ਦੇ ਉੱਤੇ ਜਿਹੜਾ ਹੈਗਾ ਵਰਕ ਕਰ ਰਿਹਾ, ਕੌਣ ਕਿਸ ਤਰ੍ਹਾਂ ਆਪਣੇ ਮਿਸ਼ਨ ਤੇ ਵਰਕ ਕਰ ਰਿਹਾ ਹੈ, ਹਰੇਕ ਨੂੰ ਮੁਬਾਰਕ ਆ, ਹਰੇਕ ਨੂੰ ਹੱਕ ਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਵਿੱਚ ਹੋਂਦ ਵਿੱਚ ਆਈ ਸੀਗੀ। ਵਿਧਾਨ ਸਭਾ 'ਚ ਐਕਟ ਪਾਸ ਹੋਇਆ ਸੀਗਾ। ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਸੀਗਾ। ਸੁਪਰੀਮ ਕੋਰਟ 'ਚ ਲੜਾਈ ਲੜੀ। 6 ਸਾਲ ਸਰਦਾਰ ਝੀਂਡਾ ਸਾਹਿਬ ਪ੍ਰਧਾਨ ਰਹੇ। ਉਸ ਤੋਂ ਬਾਅਦ ਮੈਨੂੰ ਮੁੱਖ ਸੇਵਾਦਾਰ ਬਣਾਇਆ ਤਾਂ 2.5 ਸਾਲ ਦੇ ਕਰੀਬ ਮੈਂ ਜਿਹੜੀ ਲੜਾਈ ਆ ਉਹ ਸੁਪਰੀਮ ਕੋਰਟ ਦੇ ਵਿੱਚ ਫੇਸ ਕੀਤੀ ਹੈ। ਤਾਂ ਉਸ ਦੇ ਦੌਰਾਨ ਅਸੀਂ ਦਿਨ ਰਾਤ ਇੱਕ ਕਰਕੇ ਬੜੀ ਮਿਹਨਤ ਕਰਕੇ ਜਿਹੜਾ ਸੀਗਾ ਆਪਣਾ ਪੱਖ ਮਾਨਯੋਗ ਸੁਪਰੀਮ ਕੋਰਟ 'ਚ ਪੇਸ਼ ਕੀਤਾ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਹਨਾਂ ਨੇ ਚੈਲੰਜ ਕੀਤਾ ਸੀਗਾ ਇਸ ਕਮੇਟੀ ਨੂੰ, ਉਹ ਪਟੀਸ਼ਨ ਜਿਹੜੀ ਸੀ ਉਹ ਸੁਪਰੀਮ ਕੋਰਟ ਨੇ ਰੱਦ ਕਰਕੇ ਸਾਡੀ ਹਰਿਆਣਾ ਕਮੇਟੀ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਆ। ਤਾਂ ਮੈਨੂੰ ਇਸ ਗੱਲ ਦਾ ਮਾਣ ਰਹੇਗਾ ਕਿ ਹਰਿਆਣੇ ਦੇ ਸਿੱਖਾਂ ਨੂੰ ਆਪਣੀ ਸੇਵਾ ਸੰਭਾਲ ਦਾ ਹੱਕ ਜਿਹੜਾ ਉਹ ਮੇਰੀ ਮੁੱਖ ਸੇਵਾਦਾਰੀ ਦੇ ਸਮੇਂ ਮਿਲਿਆ। ਇਹ ਕਾਨੂੰਨੀ ਮਾਨਤਾ ਜਿਹੜੀ ਆ, ਜਦੋਂ ਮੈਂ ਮੁੱਖ ਸੇਵਾਦਾਰ ਸੀ ਇਸ ਕਮੇਟੀ ਦਾ ਔਰ ਮੈਂ ਦਿਨ ਰਾਤ ਮਿਹਨਤ ਕੀਤੀ, ਕਾਨੂੰਨੀ ਲੜਾਈ ਲੜੀ ਤੇ ਜਿਸ ਕਰਕੇ ਫੈਸਲਾ ਸਾਡੇ ਹੱਕ ਵਿੱਚ ਆਇਆ। ਤੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਜਿਹੜੀ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਬਕਾਇਦਾ ਕਾਨੂੰਨੀ ਮਾਨਤਾ ਜਿਹੜੀ ਆ ਉਹ ਮਿਲ ਚੁੱਕੀ। ਜੀ, ਮੈਂ ਝਿੰਡਾ ਸਾਹਿਬ ਦੀ ਗੱਲ ਕਰ ਰਿਹਾ ਸੀਗਾ ਕਿ ਆਖਰਕਾਰ ਚੱਲ ਕੀ ਰਿਹਾ ਹਰਿਆਣੇ ਦੀ ਸਿੱਖ ਸਿਆਸਤ ਦੇ ਵਿੱਚ। ਤੁਸੀਂ ਆਪਣੇ ਤਰੀਕੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਉਹ ਤੁਹਾਡੀ ਸਹਿਮਤੀ ਦੇ ਨਾਲ ਜਾਂ ਉਸ ਤਰੀਕੇ ਦੇ ਨਾਲ ਜਾਂ ਤੁਹਾਨੂੰ ਅੱਗੇ ਨਹੀਂ ਕੀਤਾ ਗਿਆ, ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ। ਉਮੀਦ ਸੀ ਕਿ ਤੁਹਾਨੂੰ ਬਣਾਇਆ ਜਾਣਾ। ਤੇ ਹੁਣ ਝਿੰਡਾ ਸਾਹਿਬ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਕਹਿ ਰਹੇ ਨੇ ਕਿ ਤੁਸੀਂ ਸਾਡੀ ਵੱਖਰੀ ਕਮੇਟੀ ਨੂੰ ਮਾਨਤਾ ਦੇ ਦਿਓ, ਇਸ ਤਰ੍ਹਾਂ ਤਾਂ ਫਿਰ ਕਮੇਟੀਆਂ ਬਣਦੀਆਂ, ਵਿਵਾਦ ਲਗਾਤਾਰ ਵੱਧਦੇ ਜਾਣਗੇ। ਕੋਈ ਕਿਸੇ ਨੂੰ ਸਰਕਾਰੀ ਕਮੇਟੀ ਕਹੇਗਾ, ਕਿਸੇ ਨੂੰ ਝਿੰਡਾ ਕਮੇਟੀ ਕਹਿਣ ਲੱਗ ਜਾਏਗਾ। ਜਾਂ ਫਿਰ ਇਹਦੇ ਪਿੱਛੇ ਮਨਸ਼ਾ ਕੀ ਸਮਝਦੇ ਹੋ ਇਸ ਸਭ ਦੇ ਪਿੱਛੇ? ਦੇਖੋ, ਜਿਹੜੀਆਂ ਗੱਲਾਂ ਧਾਰਮਿਕ ਹੁੰਦੀਆਂ ਨੇ ਉਹਨਾਂ ਨੂੰ ਧਾਰਮਿਕ ਤੌਰ ਤੇ ਲਿਆ ਜਾਂਦਾ, ਜਿਹੜੀਆਂ ਗੱਲਾਂ ਕਾਨੂੰਨੀ ਹੁੰਦੀਆਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਲਿਆ ਜਾਂਦਾ। ਜਿੱਥੇ ਸਾਡੀ ਧਾਰਮਿਕ ਅਕੀਦੇ ਗੁਰਮਰਿਆਦਾ ਦੀ ਗੱਲ ਆ, ਅਸੀਂ ਉੱਥੇ ਗੁਰਮਰਿਆਦਾ ਤੇ ਧਾਰਮਿਕ ਅਕੀਦਿਆਂ ਨੂੰ ਮੁੱਖ ਰੱਖਦੇ ਹਾਂ। ਜਿੱਥੇ ਗੱਲਾਂ ਨੇ ਕਾਨੂੰਨੀ, ਜਿੱਥੇ ਅਸੀਂ ਜਿਸ ਜਗ੍ਹਾ ਤੇ ਰਹਿੰਦੇ ਹਾਂ, ਜਿਸ ਦੇਸ਼ ਵਿੱਚ ਰਹਿੰਦੇ ਹਾਂ, ਉਸ ਦੇਸ਼ ਦਾ ਜੋ ਕਾਨੂੰਨ ਆ, ਜੋ ਆਪਣਾ ਅਦਾਲਤਾਂ ਨੇ, ਉਹਨਾਂ ਦੇ ਵਿੱਚ ਜਿਹੜੇ ਮਸਲੇ ਜਾਂਦੇ ਫਿਰ ਫੈਸਲੇ ਆਉਂਦੇ ਆ, ਉਹਨਾਂ ਨੂੰ ਅਸੀਂ ਕਾਨੂੰਨੀ ਤਰੀਕੇ ਨਾਲ ਹੀ ਮੰਨਦੇ ਹਾਂ। ਤਾਂ ਇਹ ਜਿਹੜੀ ਹਰਿਆਣਾ ਕਮੇਟੀ ਹੈ, ਇਹਨੂੰ ਹੁਣ ਜਿਹੜੀ ਕਾਨੂੰਨੀ ਮਾਨਤਾ ਮਿਲੀ ਆ ਉਹਨੂੰ ਕਾਨੂੰਨੀ ਤਰੀਕੇ ਨਾਲ ਹੀ ਲੈਣਾ ਚਾਹੀਦਾ। ਸਰਦਾਰ ਝੀਂਡਾ ਸਾਹਿਬ ਦੀ ਕੀ ਮਨਸਾ ਹੈ ਤਾਂ ਉਹ ਦੱਸ ਸਕਦੇ ਨੇ। ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਗਏ ਆ। ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਹੀ ਸਿੱਖ ਸਮਰਪਿਤ ਆ। ਜਦੋਂ ਵੀ ਕੋਈ ਗੁਰਮਰਿਆਦਾ ਦੀ ਗੱਲ ਆ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜਦੇ ਆ। ਤੇ ਜਥੇਦਾਰ ਅਕਾਲ ਤਖਤ ਸਾਹਿਬ ਵੀ ਜਦੋਂ ਗੁਰਮਰਿਆਦਾ, ਗੁਰਬਾਣੀ, ਗੁਰ ਇਤਿਹਾਸ ਦੀ ਰੋਸ਼ਨੀ 'ਚ ਨਿਰਪੱਖ ਫੈਸਲਾ ਲੈਂਦੇ ਆ ਤੇ ਉਹਨੂੰ ਸਾਰੇ ਅਸੀਂ ਨਤਮਸਤਕ ਹੁੰਦੇ ਆ। ਜਦੋਂ ਫੈਸਲਾ ਪੱਖਪਾਤ ਵਾਲਾ ਹੁੰਦਾ, ਜਿਵੇਂ ਸੌਦਾ ਸਾਧ ਦਾ ਮਾਫੀਨਾਮਾ ਸੀ, ਉਹਨੂੰ ਅਸੀਂ ਸਾਰਿਆਂ ਨੇ ਰਿਜੈਕਟ ਕੀਤਾ, ਤਾਂ ਉਹ ਫਿਰ ਮਾਫੀਨਾਮਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਰੱਦ ਕਰਨਾ ਪਿਆ ਸੀਗਾ। ਜਦੋਂ ਫੈਸਲਾ ਪੱਖਪਾਤੀ ਹੋਵੇ, ਧੜੇਬਾਜ਼ੀ ਦਾ ਹੋਵੇ, ਸੋ ਇਸ ਕਾਰਨ ਕਰਕੇ ਹੁਣ ਸਰਦਾਰ ਝੀਂਡਾ ਸਾਹਿਬ ਉੱਥੇ ਗਏ ਆ। ਉਹਨਾਂ ਨੇ 41 ਮੈਂਬਰੀ ਆਪਣੀ ਵੱਖਰੀ ਕਮੇਟੀ ਦਿੱਤੀ ਆ। ਉਹਦੇ ਤੇ ਜਥੇਦਾਰ ਅਕਾਲ ਤਖਤ ਸਾਹਿਬ ਕੀ ਐਕਸ਼ਨ ਲੈਂਦੇ ਆ, ਕੀ ਫੈਸਲਾ ਦਿੰਦੇ ਆ, ਉਹਦੀ ਸਾਨੂੰ ਉਡੀਕ ਰਹੇਗੀ ਕਿ ਉਹ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਆ। ਉਹਦੇ ਤੇ ਤਾਂ ਅਸੀਂ ਸਟੇਟਮੈਂਟ ਜਿਹੜੀ ਆ ਉਹ ਫੈਸਲੇ ਤੋਂ ਬਾਅਦ ਹੀ ਦੇ ਸਕਦੇ ਹਾਂ। ਪਰ ਮੈਂ ਆਪਣੇ ਵੱਲੋਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਕਾਨੂੰਨ ਤੇ ਵੀ ਵਿਸ਼ਵਾਸ ਰੱਖਦੇ ਹਾਂ। ਜਿਹੜੀਆਂ ਗੱਲਾਂ ਕਾਨੂੰਨੀ ਆ, ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਮਸਲਾ ਸੁਪਰੀਮ ਕੋਰਟ 'ਚ ਲੈ ਕੇ ਗਈ ਸੀ, ਨਾ ਕਿ ਜਥੇਦਾਰ ਅਕਾਲ ਤਖਤ ਕੋਲੇ ਲੈ ਕੇ ਗਈ ਸੀਗੀ।
ਉਹ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇਸ ਐਕਟ ਨੂੰ ਚੈਲੰਜ ਕੀਤਾ ਸੀਗਾ, ਪਰ ਹੁਣ ਸੁਪਰੀਮ ਕੋਰਟ ਨੇ ਵੀ ਮਾਨਤਾ ਦੇ ਦਿੱਤੀ ਹੈ। ਕਾਨੂੰਨੀ ਗੱਲ ਸੀ ਤਾਂ ਹੀ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ 'ਚ ਗਈ, ਜਾਂ ਉਦੋਂ ਸ਼੍ਰੋਮਣੀ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਕੋਲੇ ਚਲੇ ਜਾਂਦੀ, ਕਿਸੇ ਕੋਰਟ ਦਾ ਰੁਖ ਨਾ ਕਰਦੀ, ਤਾਂ ਉਹਨੂੰ ਉਸ ਤਰੀਕੇ ਨਾਲ ਲਿਆ ਜਾ ਸਕਦਾ ਸੀਗਾ। ਹੁਣ ਜਿਹੜਾ ਕਾਨੂੰਨੀ ਫੈਸਲਾ, ਕਾਨੂੰਨੀ ਮਸਲਾ ਵਾ, ਉਹਨੂੰ ਤਾਂ ਕਾਨੂੰਨੀ ਤਰੀਕੇ ਨਾਲ ਲਿਆ ਜਾਊਗਾ। ਜਿੱਥੋਂ ਤੱਕ ਇਤਰਾਜ਼ ਆ ਸਰਦਾਰ ਝੀਂਡਾ ਸਾਹਿਬ ਨੂੰ, ਤਾਂ ਸਮੁੱਚੀ ਕਮੇਟੀ ਤੇ ਇਤਰਾਜ਼ ਆ, ਉਹਨਾਂ ਨੂੰ ਹਰਿਆਣਾ ਸਰਕਾਰ ਤੇ ਇਤਰਾਜ਼ ਆ। ਪਰ ਮੇਰਾ ਜਿਹੜਾ ਇਤਰਾਜ਼ ਆ, ਦੇਖੋ ਮੇਰਾ ਇਤਰਾਜ਼ ਆ ਸਿਰਫ ਉਸ ਮਹੰਤ ਦੇ ਉੱਪਰ, ਜਿਹੜਾ ਇੱਕ ਡੇਰੇ ਦਾ ਮਹੰਤ ਆ ਤੇ ਜਿਹਨੇ ਹਰਿਆਣਾ ਕਮੇਟੀ ਲਈ ਇੱਕ ਦਿਨ ਵੀ ਕੋਈ ਵਰਕ ਨਹੀਂ ਕੀਤਾ, ਉਹਨੂੰ ਪ੍ਰਧਾਨ ਬਣਾਉਣਾ। ਜਿਹੜਾ ਕਿ ਮੈਂ ਪਹਿਲਾਂ ਕਹਿ ਚੁੱਕਿਆ, ਬਾਰ-ਬਾਰ ਕਹਿੰਦੇ ਆ, ਇੱਕ ਗੱਲ ਨੂੰ ਚੰਗੇ ਵੀ ਨਹੀਂ ਲੱਗੀਦਾ ਕਿ ਉਹ ਅਮਲੀ ਹੈ, ਨਸ਼ੇ ਦਾ ਸੇਵਨ ਕਰਦਾ ਹੈ। ਮੈਂ ਉਹਦਾ ਡੋਪ ਟੈਸਟ ਕਿਹਾ ਸੀ, ਉਹ ਡੋਪ ਟੈਸਟ ਕਰਾ ਕੇ ਸੁਰਖਰੂ ਹੋ ਸਕਦਾ ਸੀਗਾ, ਉਹ ਮੈਨੂੰ ਝੂਠਾ ਸਿੱਧ ਕਰ ਸਕਦਾ ਸੀ। ਅਜੇ ਤਾਂ ਮੈਂ ਡੋਪ ਟੈਸਟ ਹੀ ਕਿਹਾ ਸੀ, ਮੈਂ ਅਜੇ ਹੋਰ ਟੈਸਟ ਨਹੀਂ ਸੀ ਕਹੇ। ਹੋਰ ਵੀ ਟੈਸਟ ਜਿਹੜੇ ਆ ਮੈਂ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਮੰਗ ਕਰ ਸਕਦਾ ਵਾਂ, ਕਿਉਂਕਿ ਉਹ ਇੱਕ ਵਿਹੰਗਮ ਵਿਅਕਤੀ ਆ, ਉਹ ਗ੍ਰਸਤੀ ਨਹੀਂ ਆ, ਇੱਕ ਡੇਰੇ ਦਾ ਮਹੰਤ ਆ। ਤੇ ਸੇਵਾ ਪੰਥੀ ਸੰਪਰਦਾ ਦੇ ਵਿੱਚ ਇਹ ਵੀ ਆ ਕਿ ਜਿਹੜਾ ਸੇਵਾ ਪੰਥੀ ਡੇਰੇ ਦਾ ਮਹੰਤ ਹੈ, ਉਹ ਗ੍ਰਸਤੀ ਨਹੀਂ ਹੋ ਸਕਦਾ, ਭਾਵੇਂ ਕਿ ਗੁਰੂ ਨਾਨਕ ਦੇ ਸਿਧਾਂਤ ਤੋਂ ਉਲਟੀ ਗੱਲ ਹੈ। ਗੁਰੂ ਨਾਨਕ ਦਾ ਸਿਧਾਂਤ ਤਾਂ ਗ੍ਰਸਤੀ ਹੋਣ ਦਾ, ਕਿ ਆਪਣਾ ਗ੍ਰਸਤ ਉਦਾਸੀ ਪ੍ਰਵਾਨ, ਪ੍ਰਵਾਨ ਗ੍ਰਸਤ ਉਦਾਸਾ, ਜੀ ਉਹ ਸਗਲ ਆਸ਼ਰਮ ਮੈਂ ਗ੍ਰਸਤੀ ਪ੍ਰਧਾਨ ਹੈ, ਭਾਈ ਗੁਰਦਾਸ ਜੀ ਨੇ ਵੀ ਲਿਖਿਆ। ਤੇ ਗੁਰੂ ਨਾਨਕ ਸਾਹਿਬ ਨੇ ਵੀ ਸਿੱਖ ਨੂੰ ਆਖਿਆ ਕਿ ਗ੍ਰਸਤੀ ਹੋਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਉਹ ਅਗਲੀ ਗੱਲ ਹੈ। ਪਰ ਮੈਂ ਜਿਹੜੀ ਪਹਿਲੀ ਗੱਲ ਕਹੀ ਹੈ, ਮਹੰਤ ਤਾਂ ਉਸੇ ਤੋਂ ਹੀ ਭੱਜ ਗਿਆ। ਹੁਣ 10-11 ਦਿਨ ਬਤੀਤ ਹੋ ਗਏ ਆ, ਮੈਂ ਤਾਂ 5 ਦਿਨ ਦਾ ਸਮਾਂ ਦਿੱਤਾ ਸੀ ਕਿ ਮਹੰਤ ਸੁਰਖਰੂ ਹੋ ਸਕਦਾ, ਮੈਨੂੰ ਝੂਠਾ ਸਿੱਧ ਕਰ ਸਕਦਾ ਕਿ ਬਿਲਕੁਲ ਮੈਂ ਕੋਈ ਨਸ਼ਾ ਨਹੀਂ ਕਰਦਾ, ਦਾਦੂਵਾਲ ਗਲਤ ਕਹਿ ਰਿਹਾ। ਪਰ ਉਹਨੇ ਜਿਹੜਾ ਡੋਪ ਟੈਸਟ ਨਹੀਂ ਕਰਵਾਇਆ, ਉਹਦੇ ਨਾਲ ਮੇਰਾ ਇਲਜ਼ਾਮ ਸੱਚਾ ਹੋ ਗਿਆ। ਇੱਕ ਅਮਲੀ ਕਿਸਮ ਦਾ ਵਿਅਕਤੀ, ਇਸ ਸੰਸਥਾ ਦਾ, ਸਿੱਖ ਸੰਸਥਾ ਦਾ ਪ੍ਰਧਾਨ, ਕੋਈ ਮਹੰਤ ਆਪਦੇ ਡੇਰੇ ਦਾ ਮਹੰਤ ਹੋ ਸਕਦਾ, ਪਰ ਜਿਹੜੀ ਇੱਕ ਸਿੱਖ ਸੰਸਥਾ ਬਣੀ ਹੈ, ਜਿਹਨੇ ਸਮੁੱਚੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਹਰਿਆਣੇ ਸਟੇਟ ਦੇ ਅੰਦਰ, ਉਹਦਾ ਇੱਕ ਉਸ ਮਹੰਤ ਨੂੰ ਪ੍ਰਧਾਨ ਬਣਾਉਣਾ, ਮੇਰਾ ਇਤਰਾਜ਼ ਉਹਦੇ ਤੇ ਹੈ। ਜਿੱਥੋਂ ਤੱਕ ਤੁਸੀਂ ਕਿਹਾ ਕਿ ਮੈਨੂੰ ਇਤਰਾਜ਼ ਇਹ ਹੈ ਕਿ ਮੈਨੂੰ ਪ੍ਰਧਾਨ ਨਹੀਂ, ਮੈਨੂੰ ਤਾਂ ਪੈਟਰਨ ਬਣਾ ਰਹੇ ਸੀ ਇਸ ਦਾ, ਮੈਨੂੰ ਤਾਂ ਇਸ ਦਾ ਪੈਟਰਨ ਬਣਾਇਆ ਜਾ ਰਿਹਾ ਸੀਗਾ। ਪਰ ਮੈਂ ਪੈਟਰਨ ਪੋਸਟ ਦਾ ਹੀ ਵਿਰੋਧ ਕਰਦਾ ਕਿ ਜਿਹੜੀ ਪੈਟਰਨ ਦੀ ਪੋਸਟ ਹੈ, ਉਹ ਗੁਰਮਰਿਆਦਾ ਦੇ ਉਲਟ ਆ। ਜਦੋਂ ਬਣਾਈ ਸੀ, ਅਮੈਂਡਮੈਂਟ ਕੀਤਾ ਸੀ ਇਸ ਐਕਟ ਦੇ ਅੰਦਰ, ਫੈਸਲਾ ਆਉਣ ਤੋਂ ਬਾਅਦ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਦੋਂ ਬਾਅਦ ਅਮੈਂਡਮੈਂਟ ਹੋਈ ਆ, ਤਾਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਦੱਸ ਦਿੱਤਾ ਸੀ ਵੀ ਇਹ ਗੁਰਮਰਿਆਦਾ ਦੇ ਉਲਟ ਆ। ਇਹ ਪੈਟਰਨ ਦੀ ਪੋਸਟ ਜਿਹੜੀ ਆ, ਇਹ ਨਹੀਂ ਇਹਦੇ ਵਿੱਚ ਕ੍ਰੀਏਟ ਹੋਣੀ ਚਾਹੀਦੀ ਸੀ। ਇਹ ਜਿਹੜੀ ਕ੍ਰੀਏਟ ਕੀਤੀ ਗਈ ਹੈ, ਇਹ ਗਲਤ ਹੈ, ਕਿਉਂਕਿ ਜਿੰਨੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਉਹਨਾਂ ਦੇ ਪੈਟਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਮੇਰੇ ਵਿਰੋਧ ਕਰਨ ਤੋਂ ਬਾਅਦ SGPC ਨੇ ਵੀ ਇਸ ਨੂੰ ਸਮਝਿਆ, ਵਿਰੋਧ ਕੀਤਾ, ਦਿੱਲੀ ਕਮੇਟੀ ਨੇ ਵੀ ਕੀਤਾ। ਹੁਣ ਵਿਧਾਨ ਸਭਾ 'ਚ ਜਦੋਂ ਇਹ ਬਿੱਲ ਪਾਸ ਕੀਤਾ ਗਿਆ, ਤਾਂ ਉੱਥੇ ਸਾਬਕਾ ਮੁੱਖ ਮੰਤਰੀ ਨੇ ਵੀ ਕੀਤਾ ਤੇ MLA ਨੇ ਵੀ ਕੀਤਾ ਕਿ ਜਿਹੜੀ ਪੈਟਰਨ ਦੀ ਪੋਸਟ ਇਹ ਗਲਤ ਆ, ਇਹ ਕਾਲੇ ਅੱਖਰਾਂ 'ਚ ਨਾਂ ਲਿਖਿਆ ਜਾਊਗਾ ਸਰਕਾਰ ਦਾ, ਜੇਕਰ ਇਹ ਪੈਟਰਨ ਦੀ ਪੋਸਟ ਨੂੰ ਖਤਮ ਨਹੀਂ ਕਰਦੇ। ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿੱਥੋਂ ਤੱਕ ਹੈਗਾ, ਦੇਖੋ ਅਹੁਦੇ ਦੀ ਗੱਲ, ਮੈਨੂੰ ਤਾਂ ਵੱਡਾ ਅਹੁਦਾ ਜਿਹੜਾ ਸੀ ਇੱਕ ਕਮੇਟੀ ਦੇ ਉੱਤੇ ਪੈਟਰਨ ਦਾ, ਮੈਨੂੰ ਤਾਂ ਉਹ ਦਿੱਤਾ ਜਾ ਰਿਹਾ ਸੀ, ਪਰ ਮੈਂ ਉਹ ਗੁਰਮਰਿਆਦਾ ਦੇ ਉਲਟ ਜਿਹੜਾ ਉਸ ਅਹੁਦੇ ਨੂੰ ਪ੍ਰਵਾਨ ਨਹੀਂ ਕਰ ਸਕਦਾ। ਗੁਰੂ ਦੀ ਜਗ੍ਹਾ ਕੋਈ ਸਿੱਖ ਨਹੀਂ ਲੈ ਸਕਦਾ। ਗੁਰੂ ਦੀ ਜਗ੍ਹਾ ਜਿਹੜੀ ਸ਼ਬਦ ਗੁਰੂ ਦੀ, ਉਹ ਵਿਅਕਤੀ ਨੂੰ ਨਹੀਂ ਦਿੱਤੀ ਜਾ ਸਕਦੀ। ਜਿੰਨੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਦੋਂ ਉਹ ਕੰਮਕਾਰ ਕਰਦੀਆਂ, ਮੀਟਿੰਗ ਕਰਦੀਆਂ, ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ 'ਚ ਕੰਮ ਕਰਦੀਆਂ। ਗੁਰੂ ਘਰ ਦੇ ਮਾਲਕ ਕੋਈ ਵਿਅਕਤੀ ਨਹੀਂ, ਉਹ ਤਾਂ ਗੁਰੂ ਗ੍ਰੰਥ ਸਾਹਿਬ ਆ। ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਮੇਰਾ ਵਿਰੋਧ ਹੈ ਜਿਹੜਾ, ਉਹ ਮਹੰਤ ਦੇ ਉੱਪਰ ਸੀ। ਤੇ ਉਹਦੇ ਲਈ ਮੈਂ ਹਰਿਆਣਾ ਸਰਕਾਰ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਅਪੀਲ ਕੀਤੀ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਸਮੇਂ ਦੇ ਅੰਦਰ, ਜਦੋਂ 2.5 ਸਾਲ ਦਾ ਮੇਰਾ ਕਾਰਜਕਾਲ ਰਿਹਾ, ਸਾਨੂੰ ਪੂਰਾ ਸਹਿਯੋਗ ਦਿੱਤਾ। ਸਾਡੇ ਪ੍ਰਬੰਧ 'ਚ ਕਦੇ ਦਖਲਅੰਦਾਜ਼ੀ ਨਹੀਂ ਕੀਤੀ, ਜੋ ਸਹਿਯੋਗ ਮੰਗਿਆ ਉਹਨਾਂ ਨੇ ਦਿੱਤਾ। ਉਹ ਬੜੇ ਇਮਾਨਦਾਰ ਨੇ, ਵਧੀਆ ਵਿਅਕਤੀ ਨੇ। ਉਹ ਮਾਨਯੋਗ ਮੁੱਖ ਮੰਤਰੀ ਹਰਿਆਣਾ, ਉਹਨਾਂ ਨੇ ਸ਼ਤਾਬਦੀਆਂ ਮਨਾਈਆਂ ਪਿਛਲੇ ਸਮੇਂ, ਜਮਨਾ ਨਗਰ, ਸਿਰਸਾ ਔਰ ਪਾਣੀਪਤ ਦੇ ਵਿੱਚ। ਉਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧਿਤ, ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਸੰਬੰਧਿਤ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਸੰਬੰਧਿਤ ਇਹ ਸ਼ਤਾਬਦੀਆਂ ਮਨਾਈਆਂ। ਕੱਲ ਵੀ ਮਾਨਯੋਗ ਮੁੱਖ ਮੰਤਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲ੍ਹਾ ਲੋਹਗੜ੍ਹ, ਜਿਹੜਾ ਕਿ ਸਿੱਖ ਰਾਜ ਦੀ ਨਿਸ਼ਾਨੀ ਆ, ਉੱਥੇ ਉਹਨੂੰ ਡਿਵੈਲਪਮੈਂਟ ਕਰਨ ਵਾਸਤੇ ਕੱਲ ਉੱਥੇ ਪੁੱਜੇ ਹੋਏ ਸੀ। ਮੇਰਾ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਕੋਈ ਵਿਰੋਧ ਨਹੀਂ ਹੈ, ਕੋਈ ਨਾਰਾਜ਼ਗੀ ਨਹੀਂ ਹੈ, ਹਰਿਆਣਾ ਸਰਕਾਰ ਨਾਲ ਨਹੀਂ ਹੈ। ਮੇਰੀ ਨਾਰਾਜ਼ਗੀ ਸਿਰਫ ਇੰਨੀ ਕਿ ਉਸ ਮਹੰਤ ਨੂੰ ਨਾ ਬਣਾਇਆ ਜਾਵੇ, ਉਸ ਫੈਸਲੇ ਤੇ ਗੌਰ ਕੀਤੀ ਜਾਵੇ, ਉਸ ਫੈਸਲੇ ਨੂੰ ਜਿਹੜਾ ਬਦਲਿਆ ਜਾ ਸਕਦਾ, ਕਿਉਂਕਿ ਇਹ ਹਰਿਆਣਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆ।
ਉਹਨਾਂ ਨੂੰ ਬਦਲਣਾ, ਤੇ ਜਿਹੜੇ ਮੈਂਬਰ ਸਾਹਿਬਾਨ ਨੇ ਮੈਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਮੁੱਚੇ ਮੈਂਬਰ ਸਾਹਿਬਾਨ ਜਿਹੜੇ ਨਵੀਂ ਅਡਹੌਕ ਦੇ, ਉਹ ਵੀ ਇਸ ਤੇ ਗੌਰ ਕਰਨ ਕਿ ਜਿਹੜਾ ਇੱਕ ਮਹੰਤ ਇਸ ਦਾ ਪ੍ਰਧਾਨ ਬਣਾਇਆ ਗਿਆ ਉਹ ਗਲਤ ਆ, ਉਸ ਨੂੰ ਬਦਲਿਆ ਜਾਣਾ ਚਾਹੀਦਾ। ਦਾਦੂਵਾਲ ਸਾਹਿਬ, ਮਹੰਤ ਕਰਮਜੀਤ ਸਿੰਘ ਨੂੰ ਲੈ ਕੇ ਇੱਕ ਦੋ ਸਵਾਲ ਲੋਕਾਂ ਦੇ ਮਨਾਂ ਵਿੱਚ ਵੀ ਉੱਠਦੇ ਹੋਣੇ। ਇੱਕ ਤਾਂ ਥੋੜਾ ਜਿਹਾ ਇਹ ਸਪਸ਼ਟ ਕਰਿਓ ਕਿ ਮਹੰਤ ਕਰਮਜੀਤ ਸਿੰਘ ਤੇ ਜਿਹੜੇ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ, ਕਿਸ ਤਰ੍ਹਾਂ ਦਾ ਨਸ਼ਾ ਉਹ ਸੇਵਨ ਕਰਦੇ ਨੇ? ਕੋਈ ਉਹ ਇਹ ਤਾਂ ਨਹੀਂ ਕਿ ਜਿਵੇਂ ਨਿਹੰਗ ਸਿੰਘਾਂ ਦੇ ਵਿੱਚ ਇੱਕ ਪਰੰਪਰਾ ਹੈ ਕਿ ਉਹ ਰਗੜਾ ਛਕਦੇ ਨੇ, ਜਾਂ ਉਹ ਕਿਸ ਤਰ੍ਹਾਂ ਦਾ ਕਰਦੇ ਨੇ? ਤੁਹਾਡੇ ਕੋਲੇ ਉਹਦੇ ਕੀ ਪ੍ਰੂਫ ਨੇ? ਕਿਉਂਕਿ ਇੰਨੇ ਵੱਡੇ ਦੇਖੋ ਮੇਰੇ ਮੈਂ ਨਾਲ ਮੇਰੇ ਮੇਰੇ ਕੋਲ ਕਿਹੜੀ ਗੱਲ ਹਾਂ ਮਹੰਤ ਨੂੰ ਲੈ ਕੇ ਮੇਰੇ ਦੋ ਤਿੰਨ ਸਵਾਲ ਇਕੱਠੇ ਨੇ। ਜਦੋਂ ਤੁਸੀਂ ਕਹਿੰਦੇ ਹੋ ਕਿ ਇੱਕ ਮਹੰਤ ਨੂੰ ਇਹ ਅਹੁਦਾ ਦਿੱਤਾ ਜਾਂਦਾ, ਮਹੰਤ ਕਰਮਜੀਤ ਸਿੰਘ ਆਪਣੇ ਵੱਲੋਂ ਜਿਸ ਤਰੀਕੇ ਨਾਲ ਪ੍ਰਚਾਰ ਕਰਦੇ ਨੇ ਜਾਂ ਉਹਨਾਂ ਦੇ ਡੇਰੇ ਵੱਲੋਂ ਪ੍ਰਚਾਰ ਕੀਤਾ ਜਾਂਦਾ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਹੈ, ਉਹ ਵੱਡੇ ਵੱਡੇ ਸਮਾਗਮ ਵੀ ਕਰਾਉਂਦੇ ਨੇ। ਕੀ ਇੱਕ ਜੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਮਹੰਤ ਨੂੰ ਇਸ ਤਰ੍ਹਾਂ ਪ੍ਰਧਾਨ ਨਹੀਂ ਬਣਾਇਆ ਜਾਣਾ ਚਾਹੀਦਾ, ਕੀ ਅਕਾਲ ਤਖਤ ਸਾਹਿਬ ਇਹਦਾ ਨੋਟਿਸ ਨਹੀਂ ਲੈਣਾ ਚਾਹੀਦਾ? ਫਿਰ ਜੇ ਤੁਸੀਂ ਕਹਿੰਦੇ ਹੋ ਕਿ ਉਹ ਮਹੰਤ ਹੈ, ਕੀ ਸਿੱਖ ਪੰਥ ਦੇ ਵਿੱਚ ਮਹੰਤ ਪਰੰਪਰਾ ਜਿਹੜੀ ਸੇਵਾ ਪੰਥੀਆਂ ਦੀ ਹੈ ਉਹਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ? ਜੇ ਨਹੀਂ ਕੀਤਾ ਜਾਂਦਾ ਤਾਂ ਫਿਰ ਉਹਦੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ? ਇਸ ਤਰ੍ਹਾਂ ਦੇ ਬਹੁਤ ਡੇਰੇ ਨੇ, ਬਹੁਤ ਮਹੰਤ ਬਣੇ ਹੋਏ ਨੇ। ਇਹ ਬੜੇ ਸਵਾਲ ਨੇ ਜਦੋਂ ਤੁਸੀਂ ਨਸ਼ਿਆਂ ਨੂੰ ਲੈ ਕੇ ਜਾਂ ਇੱਕ ਮਹੰਤ ਨੂੰ ਲੈ ਕੇ ਇਸ ਤਰ੍ਹਾਂ ਚੁੱਕਦੇ ਹੋ। ਦੇਖੋ ਸੁਖਵਿੰਦਰ ਸਿੰਘ ਜੀ, ਮੈਂ ਪਹਿਲਾਂ ਵੀ ਇਹ ਸਟੇਟਮੈਂਟ ਦੇ ਚੁੱਕਾ ਕਿ ਬਹੁਤ ਚੰਗੇ ਮਹੰਤ ਹੋਏ ਨੇ। ਪਹਿਲਾਂ ਵੀ ਨਰੈਣੂ ਮਹੰਤ ਦੇ ਵੇਲੇ ਵੀ ਯਾਰ ਨਰੈਣੂ ਸੀ ਉਹ ਮਾੜਾ ਸੀ, ਪਰ ਮਹੰਤ ਕਰਮ ਸਿੰਘ ਵਰਗੇ ਜਿਨ੍ਹਾਂ ਕੁਰਬਾਨੀ ਕੀਤੀ। ਮਹੰਤਾਂ ਦਾ ਵੀ ਫਰਕ ਆ। ਜਿਹੜਾ ਕਰਮਜੀਤ ਸਿੰਘ ਸੇਵਾ ਪੰਥੀ ਮਹੰਤ ਜਿਹੜੇ ਬੜੇ ਚੰਗੇ ਸੰਤ ਮਹੰਤ ਤੀਰਥ ਸਿੰਘ ਹੋਏ ਆ, ਫਿਰ ਆਪਣਾ ਮਹੰਤ ਕਾਹਨ ਸਿੰਘ ਨੇ, ਹੋਰ ਵੀ ਨੇ ਆਪਣਾ ਸੇਵਾ ਪੰਥੀ ਸੰਪਰਦਾ ਚ, ਮੈਂ ਸਤਿਕਾਰ ਕਰਦਾ ਉਹਨਾਂ ਦਾ, ਸਤਿਕਾਰਯੋਗ ਨੇ। ਆਪਦੇ ਚਲੋ ਸੰਸਥਾ ਚਲਾਉਂਦੇ ਆ, ਆਪਦਾ ਕਥਾ ਕੀਰਤਨ ਕਰਦੇ ਆ, ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੇ। ਪਰ ਜਿੱਥੋਂ ਤੱਕ ਮਹੰਤ ਕਰਮਜੀਤ ਦੀ ਗੱਲ ਆ, ਤੁਸੀਂ ਮੈਂ ਕਹਿ ਰਿਹਾ ਕਿ ਤੁਸੀਂ ਆਪ ਉਹਨਾਂ ਕੋਲੇ ਪਹੁੰਚ ਕਰਕੇ ਉਹਨਾਂ ਨੂੰ ਕਹੋ, ਜਾਂ ਉਹ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਦੇਣ ਵੀ ਏਡਾ ਵੱਡਾ ਇਲਜ਼ਾਮ ਮੇਰੇ ਤੇ ਗਲਤ ਲੱਗਾ, ਮੈਂ ਅਫੀਮ ਦਾ ਨਸ਼ਾ ਨਹੀਂ ਕਰਦਾ। ਨਸ਼ੇ ਤਾਂ ਮੇਰੇ ਕੋਲੇ ਹੋਰ ਵੀ ਬਹੁਤ ਗਏ ਆ। ਕੱਲ ਮੈਨੂੰ ਫੋਨ ਆ ਰਿਹਾ ਸੀ ਜਮਨਾ ਨਗਰ ਤੋਂ, ਉਹ ਕਹਿੰਦੇ ਵੀ ਮੇਰੇ ਨਾਲ ਬੰਬੇ ਗਏ ਤੇ ਸ਼ਰਾਬ ਪੀਤੀ ਆ, ਮੇਰੇ ਨਾਲ, ਉਹ ਬੰਦਾ ਕਹਿ ਰਿਹਾ ਸੀਗਾ। ਹੁਣ ਮੈਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦਾ, ਚਲੋ ਇਹ ਉਸ ਦੇ ਉੱਤੇ, ਪਰ ਜਿਸ ਗੱਲ ਦਾ ਮੈਨੂੰ ਸਬੂਤ ਆ, ਅਫੀਮ ਦਾ ਮੈਨੂੰ ਸਬੂਤ ਆ ਕਿ ਅਫੀਮ ਜਿਹੜੀ ਆ ਮਹੰਤ ਕਰਮਜੀਤ ਸਿੰਘ ਖਾਂਦਾ ਆ। ਔਰ ਮਹੰਤ ਬਹੁਤ ਮੋਟੀ ਅਫੀਮ ਖਾਂਦਾ ਵਾ, ਥੋੜੀ ਜੀ ਨਹੀਂ। ਕੋਈ ਆਪਣਾ ਵੈਸੇ ਤਾਂ ਕੋਈ ਵੀ ਨਸ਼ਾ ਜਿਹੜਾ ਮਾੜਾ ਵਾ ਕਿਸੇ ਵਿਅਕਤੀ ਲਈ ਵੀ, ਪਰ ਕੋਈ ਬੰਦਾ ਆਪਦੀ ਖੇਤੀਬਾੜੀ ਕਰਦਾ, ਕੰਮਕਾਰ ਕਰਦਾ, ਆਪਣੀ ਮਿਹਨਤ ਤੋਂ ਨਸ਼ਾ ਖਾਂਦਾ ਤੇ ਉਹਦੀ ਵੱਖਰੀ ਗੱਲ ਆ। ਪਰ ਇੱਕ ਡੇਰੇ ਦਾ ਮਹੰਤ ਜਿੱਥੇ ਸੰਗਤ ਚੜਾਵਾ ਚਾੜਦੀ ਤੇ ਉਹ ਚੜਾਵੇ ਦੇ ਪੈਸੇ ਦਾ ਨਸ਼ਾ ਖਾਵੇ, ਅਫੀਮ ਖਾਵੇ। ਮਹੰਤ ਕਰਮਜੀਤ ਸਿੰਘ ਅਫੀਮ ਦਾ ਨਸ਼ਾ ਕਰਦਾ ਵਾ, ਅਫੀਮ ਖਾਂਦਾ ਵਾ। ਹੋਰ ਨਸ਼ਿਆਂ ਦੀ ਮੈਂ ਗੱਲ ਨਹੀਂ ਕਰਦਾ, ਹੋਰ ਗੱਲਾਂ ਦੀ ਮੈਂ ਗੱਲ ਨਹੀਂ ਕਰਦਾ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਉਹ ਉਹਦੇ ਬਾਰੇ ਸਬੂਤ, ਉਹ ਤੁਸੀਂ ਜਮਨਾ ਨਗਰ ਚ ਜਾ ਕੇ, ਜਮਨਾ ਨਗਰ ਦੇ ਕਿਸੇ ਨੂੰ ਵੀ ਪੁੱਛੋ, ਜਮਨਾ ਨਗਰ ਦੇ ਵਿਅਕਤੀ ਨੂੰ ਪੁੱਛ ਲਓ। ਮੈਂ ਕਹਿੰਦਾ ਖੁਦ ਉਹਨੂੰ ਮਹੰਤ ਕਰਮਜੀਤ ਨੂੰ ਤੁਸੀਂ ਨਾਲ ਲਾਈਵ ਲੈ ਲਓ, ਜਾਂ ਤੁਸੀਂ ਉਹਦੀ ਇੰਟਰਵਿਊ ਕਰੋ ਤੇ ਉਹਨੂੰ ਸਵਾਲ ਕਰੋ ਵੀ ਤੂੰ ਅਫੀਮ ਖਾਂਦਾ ਕਿ ਨਹੀਂ ਖਾਂਦਾ। ਜ਼ਰੂਰ ਕਰਾਂਗੇ। ਉਹ ਆਪ ਤੁਹਾਨੂੰ ਦੱਸ ਦੇਗਾ, ਉਹਦੇ ਸਾਥੀ ਦੱਸ ਦੇਣਗੇ ਜਿਹੜੇ ਉਹਦੇ ਨਾਲ ਖਾਂਦੇ ਆ, ਬਾਅਦ ਚ ਫਿਰ ਉਹ ਦੱਸ ਦੇਣਗੇ ਤੁਹਾਨੂੰ ਜੇਕਰ ਉਹ ਝੂਠ ਬੋਲੇਗਾ ਤਾਂ। ਇਸ ਗੱਲ ਦਾ ਮੈਨੂੰ ਇਤਰਾਜ਼। ਦੂਜਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇੱਕ ਦਿਨ ਵੀ ਉਹਨੇ ਕਦੇ ਆਪਣੇ ਮੂੰਹੋਂ ਹਰਿਆਣਾ ਕਮੇਟੀ ਨਹੀਂ ਕਹੀ, ਵਰਕ ਨਹੀਂ ਕੀਤਾ ਉਹਨੇ ਕਦੇ। ਇੱਕ ਦਿਨ ਦਾ ਥਾਣਾ ਨਹੀਂ ਕੱਟਿਆ, ਜੇਲ੍ਹ ਨਹੀਂ ਕੱਟੀ, ਕਦੇ ਕੋਈ ਧਰਨਾ ਮੁਜ਼ਾਹਰਾ, ਕੋਈ ਰੇਲ ਰੋਕੋ ਅੰਦੋਲਨ, ਕੋਈ ਬੱਸਾਂ ਰੋਕੋ, ਕੋਈ ਰਾਹ ਰੋਕੋ ਅੰਦੋਲਨ ਹਰਿਆਣਾ ਕਮੇਟੀ ਲਈ ਜਿਹੜੇ ਹੋਏ ਉਹਦੇ ਚ ਇੱਕ ਦਿਨ ਉਹਨੇ ਸ਼ਮੂਲੀਅਤ ਨਹੀਂ ਕੀਤੀ। ਫਿਰ ਰਹੀ ਗੱਲ ਅਕਾਲ ਤਖਤ ਸਾਹਿਬ ਦੀ, ਤੁਸੀਂ ਕਹਿੰਦੇ ਅਕਾਲ ਤਖਤ ਸਾਹਿਬ ਦਾ ਨੋਟਿਸ ਲਵੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਂ ਉਹ ਫਰੈਂਡ ਆ। ਜਿਸ ਦਿਨ ਇਹ ਕਮੇਟੀ ਦਾ ਐਲਾਨ ਹੋਇਆ, 4 ਦਿਨ ਪਹਿਲਾਂ ਤਾਂ ਜਥੇਦਾਰ ਦੇ ਨਾਲ ਉਹ ਨਾਸਿਕ ਘੁੰਮ ਰਿਹਾ ਸੀਗਾ, ਮਹਾਰਾਸ਼ਟਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਉਹ ਇਕੱਠੇ ਘੁੰਮ ਰਹੇ ਸੀਗੇ। ਉਹ ਉਥੋਂ ਨਾਸਿਕ, ਮਹਾਰਾਸ਼ਟਰ, ਬੰਬੇ ਕਿੱਥੇ ਕਿੱਥੇ ਗਏ ਆ ਤਾਂ ਉਹੀ ਦੱਸ ਸਕਦੇ ਆ। ਪਰ ਮੈਨੂੰ ਇੰਨਾ ਕੁ ਪਤਾ, ਮੈਨੂੰ ਉਹਨਾਂ ਨੇ ਜਿਹੜਾ ਸੀ ਉਹਨਾਂ ਦੇ ਨਾਲ ਖੁਦ ਦੱਸਿਆ ਕਿ ਉਹ ਇਕੱਠੇ ਇਸ ਵੇਲੇ ਘੁੰਮ ਰਹੇ ਆ। ਤੇ ਜਿਹੜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਫਰੈਂਡ ਆ, ਉਹਦੇ ਨਾਲ 24 ਘੰਟੇ ਘੁੰਮਦਾ ਵਾ, ਉਹ ਕਿਉਂ ਨੋਟਿਸ ਲੈਣਗੇ ਉਸ ਮਹੰਤ ਦਾ? ਉਹਦੇ ਕੋਲ ਮੈਂ ਤਾਂ ਆਸ ਨਹੀਂ ਰੱਖਦਾ, ਨਾ ਹੀ ਮੈਂ ਮਸਲਾ ਅਕਾਲ ਤਖਤ ਸਾਹਿਬ ਕੋਲੇ ਲੱਗਿਆ। ਮੈਂ ਤਾਂ ਮਸਲਾ ਸੰਗਤਾਂ 'ਚ ਲੱਗਿਆ। ਮੈਂ ਤਾਂ ਸੰਗਤਾਂ ਨੂੰ ਦੱਸਿਆ ਵੀ ਇਹ ਮਹੰਤ ਜਿਹੜਾ ਹੈਗਾ ਉਹ ਅਮਲੀ ਆ, ਔਰ ਇਹਦੀ ਕੋਈ ਕ੍ਰੈਡੀਬਿਲਿਟੀ ਨਹੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ। ਮੈਂ ਤਾਂ ਸਿੱਖ ਸੰਗਤ ਦੇ ਵਿੱਚ ਇਹ ਮਸਲਾ ਜਿਹੜਾ ਉਹ ਲੈ ਕੇ ਗਿਆ, ਜਿਨ੍ਹਾਂ ਨੇ ਸੰਘਰਸ਼ ਕੀਤਾ ਵਾ ਉਹਨਾਂ 'ਚ ਇਹ ਮਸਲਾ ਲੈ ਕੇ ਗਿਆ। ਦਾਦੂਵਾਲ ਸਾਹਿਬ, ਹੁਣ ਇਹ ਹੈ ਕਿ ਇਹ ਤਾਂ ਕਾਰਜਕਾਰੀ ਕਮੇਟੀ ਆ ਤੇ
ਅੱਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਸੀਂ ਉਮੀਦ ਰੱਖਦੇ ਹੋ ਕਿ ਸੰਗਤ ਜਿਹੜੀ ਹੈ ਉਹ ਤੁਹਾਨੂੰ ਜਾਂ ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਕਿਸ ਨੂੰ ਅੱਗੇ ਲੈ ਕੇ ਆਉਂਦੀ ਆ? ਜਿੱਥੇ ਤੱਕ ਮਹੰਤ ਕਰਮਜੀਤ ਸਿੰਘ ਹੋਰਾਂ ਦਾ ਸਵਾਲ ਹੈ, ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਉਦੋਂ ਵੀ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚੇਤਨ ਕੀਤਾ ਜਾ ਰਿਹਾ ਸੀ ਕਿ ਆਰਐਸਐਸ ਜਾਂ ਬੀਜੇਪੀ ਜਾਂ ਕੋਈ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਨੇ ਉਹ ਹਰਿਆਣਾ ਦੇ ਸਿੱਖਾਂ ਨੂੰ ਵੱਖਰਾ ਕਰਨਾ ਚਾਹੁੰਦੀਆਂ ਨੇ, ਜਾਂ ਹੋਰ ਵੀ ਸਟੇਟਾਂ ਦੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲ ਸਕਦਾ, ਇਸ ਕਰਕੇ ਇਹ ਕੁਝ ਨਾ ਕੀਤਾ ਜਾਏ। ਫਿਰ ਉਦੋਂ ਪਹੁੰਚ ਕਿਉਂ ਨਹੀਂ ਕੀਤੀ ਗਈ ਅਕਾਲ ਤਖਤ ਸਾਹਿਬ ਤੱਕ, ਜਾਂ ਉੱਥੇ ਸਮਰਪਿਤ ਕਿਉਂ ਨਹੀਂ ਹੋਇਆ ਗਿਆ ਕਿ ਤੁਸੀਂ ਇਸ ਮਸਲੇ ਦਾ ਹੱਲ ਕਰੋ? ਇਹ ਤਾਂ ਸੁਖਵਿੰਦਰ ਸਿੰਘ ਜੀ, ਮੈਂ ਤੁਹਾਨੂੰ ਬੇਨਤੀ ਕਰਾਂ ਕਿ ਸਰਦਾਰ ਝੀਂਡਾ ਸਾਹਿਬ ਦੱਸ ਸਕਦੇ ਨੇ, ਕਿਉਂਕਿ ਸਰਦਾਰ ਝੀਂਡਾ ਸਾਹਿਬ ਉੱਥੇ ਗਏ ਨੇ। ਮੈਂ ਤਾਂ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਲੈ ਕੇ ਗਿਆ, ਕਿਉਂਕਿ ਕਾਨੂੰਨੀ ਮਸਲਾ ਕਾਨੂੰਨ ਅਨੁਸਾਰ ਆ, ਇਸ ਨੂੰ ਦੇਖਿਆ ਜਾ ਰਿਹਾ। ਜਥੇਦਾਰ ਅਕਾਲ ਤਖਤ ਸਾਹਿਬ ਸਾਨੂੰ ਬੁਲਾਉਣਗੇ। ਪਹਿਲਾਂ ਵੀ ਉਹਨਾਂ ਨੇ ਇੱਕ ਮਸਲੇ ਤੇ ਬੁਲਾਇਆ ਸੀਗਾ, ਜਦੋਂ ਬਾਣੀ ਦੀ ਤੁਕਾਂ ਬਦਲੀਆਂ ਗਈਆਂ ਸੀ ਲਗਾ ਮਾਤਰਾ ਵਿਦੇਸ਼ ਦੇ ਵਿੱਚ, ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਸੱਦਾ ਦਿੱਤਾ, ਉੱਥੇ ਮੈਂ ਗਿਆ ਸੀਗਾ। ਔਰ ਉੱਥੇ ਉਹਨਾਂ ਨੇ ਮੈਨੂੰ ਸਮਾਂ ਵੀ ਦਿੱਤਾ ਬੋਲਣ ਦਾ, ਮੈਂ ਬੋਲਿਆ ਵੀ ਸੀ। ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੱਦਾ ਮੈਨੂੰ ਦਿੱਤਾ ਗਿਆ, ਔਰ ਮੈਂ ਉੱਥੇ ਗਿਆ ਸੀਗਾ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸੀਗਾ। ਸੋ ਹੁਣ ਵੀ ਜਦੋਂ ਅਕਾਲ ਤਖਤ ਸਾਹਿਬ ਸਾਨੂੰ ਬੁਲਾਉਣਗੇ, ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਉੱਥੇ ਜਾਵਾਂਗੇ ਜੇ ਕੋਈ ਵੀ ਸਲਾਹ ਮਸ਼ਵਰੇ ਲਈ, ਕਾਸੇ ਵਾਸਤੇ ਵੀ। ਪਰ ਇਹ ਜਿਹੜਾ ਮਸਲਾ ਤੁਸੀਂ ਜਿੰਨੀਆਂ ਗੱਲਾਂ ਕਹੀਆਂ ਨੇ ਵੀ ਆਹ ਦਖਲਅੰਦਾਜ਼ੀ ਉਹ ਦਖਲਅੰਦਾਜ਼ੀ, ਇਹ ਸਰਦਾਰ ਝੀਂਡਾ ਸਾਹਿਬ ਦੱਸ ਸਕਦੇ। ਇਹ ਉੱਥੇ ਗਏ ਆ, ਇਹਨਾਂ ਨੇ ਉੱਥੇ ਮਸਲਾ ਲਿਜਾਣਾ ਕੀਤਾ ਵਾ। ਇਹਨਾਂ ਨੇ ਵੱਖਰੀ ਕਮੇਟੀ ਬਣਾ ਕੇ 41 ਮੈਂਬਰੀ ਪੈਰਲਲ ਕਮੇਟੀ ਬਣਾ ਕੇ ਹਰਿਆਣਾ ਸਰਕਾਰ ਦੇ ਉਹਨਾਂ ਨੇ ਦਿੱਤੀ ਆ। ਉਹਨਾਂ ਦੀ ਕੀ ਮਨਸਾ, ਇਹਦੇ ਜਵਾਬ ਤਾਂ ਉਹ ਦੇ ਸਕਦੇ ਆ। ਜਿੱਥੋਂ ਤੱਕ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਗੱਲ, ਦੇਖੋ ਮੈਂ ਜਿੰਨਾ ਚਿਰ 2.5 ਸਾਲ ਮੈਂ ਇੱਥੇ ਮੁੱਖ ਸੇਵਾਦਾਰ ਰਿਹਾ, ਜਿੰਨੇ ਗੁਰਪੁਰਬ ਆ, ਜਿੰਨੇ ਦਿਹਾੜੇ ਆ, ਜਿਹੜਾ ਕੈਲੰਡਰ ਜਾਰੀ ਕੀਤਾ ਗਿਆ, ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਉਹੀ ਹਰਿਆਣਾ ਕਮੇਟੀ 'ਚ ਜਾਰੀ ਹੋਇਆ। ਜੋ ਅਕਾਲ ਤਖਤ ਸਾਹਿਬ ਤੇ ਮਰਿਆਦਾ ਚੱਲਦੀ ਉਹੀ ਇੱਥੇ ਹਰਿਆਣਾ ਕਮੇਟੀ ਦੇ ਵਿੱਚ ਲਾਗੂ ਰਹੀ ਆ। ਅਸੀਂ ਇਹ ਸਮਰਪਣ ਦੀ ਭਾਵਨਾ ਰੱਖਦੇ ਹਾਂ। ਅਸੀਂ ਸੰਗਤਾਂ ਨੂੰ ਜੋੜਿਆ ਵੀ ਅਕਾਲ ਤਖਤ ਸਾਹਿਬ ਦੇ ਨਾਲ ਆ, ਜੋੜਿਆ ਵੀ ਅਸੀਂ ਸੱਚਖੰਡ ਦਰਬਾਰ ਸਾਹਿਬ ਦੇ ਨਾਲ। ਮੁੱਖ ਸੇਵਾਦਾਰ ਬਣਿਆ ਸੀ ਤਾਂ ਉਦੋਂ ਵੀ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਨ ਵਾਸਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਗਏ, ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਮੱਥਾ ਟੇਕਣ ਵਾਸਤੇ, ਉੱਥੇ ਅਸੀਂ ਦਰਸ਼ਨ ਕਰਕੇ ਆਏ। ਅੱਜ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਪਰ ਜਿਹੜੀ ਗੱਲ ਇਹ ਕਾਨੂੰਨੀ ਆ ਨਾ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਿਆ, ਇਹ ਧਾਰਮਿਕ ਗੱਲ ਨੂੰ ਅਸੀਂ ਧਾਰਮਿਕ ਤੌਰ ਤੇ ਲੈਨੇ, ਕਾਨੂੰਨੀ ਗੱਲ ਨੂੰ ਕਾਨੂੰਨੀ ਤਰੀਕੇ ਨਾਲ ਲੈਨੇ ਆ। ਹੁਣ ਇਹ ਜਿਹੜੀ ਕਾਨੂੰਨੀ ਗੱਲ ਆ, ਦੇਖੋ ਕਾਨੂੰਨ ਨੇ ਜੇ ਇਹ ਧਾਰਮਿਕ ਹੀ ਰੱਖਣਾ ਹੁੰਦਾ ਤਾਂ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੇ ਜਥੇਦਾਰ ਕੋਲੇ ਜਾਂਦੀ, ਉਹ ਸੁਪਰੀਮ ਕੋਰਟ ਨਾ ਜਾਂਦੀ। ਜੇ ਸੁਪਰੀਮ ਕੋਰਟ ਗਈ ਆ ਕਿ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਹੁਣ ਉਹਨਾਂ ਨੂੰ ਮੰਨਣਾ ਚਾਹੀਦਾ ਵਾ। ਹੁਣ ਜਿਹੜੀ ਗੱਲ ਹੈਗੀ ਆ, ਜਥੇਦਾਰ ਝੀਂਡਾ ਸਾਹਿਬ ਉੱਥੇ ਜਾ ਰਹੇ ਆ, ਇਹ ਤਾਂ ਹੁਣ ਝੀਂਡਾ ਸਾਹਿਬ ਦੱਸ ਸਕਦੇ ਉਹਨਾਂ ਦੀ ਮਨਸਾ ਕੀ ਆ। ਮੈਂ ਤਾਂ ਇੱਕ ਗੱਲ ਕਹਿਣਾ ਕਿ ਹਰਿਆਣਾ ਸਰਕਾਰ ਦੀ ਅਥਾਰਟੀ ਸੀ ਕਾਨੂੰਨ ਅਨੁਸਾਰ ਕਿ ਅਡਹਾਕ ਕਮੇਟੀ ਹਰਿਆਣਾ ਸਰਕਾਰ ਨੇ ਬਣਾਉਣੀ। ਪਹਿਲਾਂ 18 ਮਹੀਨਿਆਂ ਲਈ ਪਹਿਲਾਂ ਵੀ ਸਰਕਾਰ ਨੇ ਬਣਾਈ ਸੀ। ਪਹਿਲਾਂ ਕਿਹੜੀ ਅਕਾਲ ਤਖਤ ਸਾਹਿਬ ਨੇ ਬਣਾਈ ਸੀਗੀ? 2014 ਦੇ ਵਿੱਚ ਵੀ ਜਿਹੜੀ ਬਣੀ, ਜਦੋਂ ਸਰਦਾਰ ਝੀਂਡਾ ਸਾਹਿਬ 6 ਸਾਲ ਪ੍ਰਧਾਨ ਰਹੇ ਆ, 6 ਸਾਲ, ਤਾਂ ਉਹ ਵੀ ਸਰਕਾਰ ਦੀ ਬਣਾਈ ਸੀ, ਹਰਿਆਣਾ ਸਰਕਾਰ ਦੀ। ਫਿਰ ਹਰਿਆਣਾ ਸਰਕਾਰ ਨੇ ਹੀ ਜਿਹੜਾ ਹੈਗਾ ਉਹਨੂੰ ਦੁਬਾਰਾ ਜਿਹੜਾ ਜਾਂ ਤਾਂ ਉਹਨੂੰ ਐਕਸਟੈਂਡ ਕਰ ਦੇ ਜਾਂ ਉਹਨੂੰ ਰਿਜ਼ੋਲਵ ਕਰ ਦੇ। ਉਹਨਾਂ ਨੇ ਇਹਨੂੰ, ਕਿਉਂਕਿ 18 ਮਹੀਨਿਆਂ ਲਈ ਬਣੀ ਸੀ, ਉਹ 8 ਸਾਲ ਚੱਲਦੀ ਰਹੀ। ਫੈਸਲਾ ਸੁਪਰੀਮ ਕੋਰਟ 'ਚ ਹੋਣ ਕਰਕੇ ਹੁਣ ਸੁਪਰੀਮ ਕੋਰਟ 'ਚੋਂ ਫੈਸਲਾ ਆ ਗਿਆ, ਸਰਕਾਰ ਨੇ ਉਹ ਕਮੇਟੀ ਨਹੀਂ ਰੱਖੀ। ਕੁਛ ਬੰਦੇ 8 ਕੁ ਪੁਰਾਣੇ ਪਾ ਲਏ, ਬਾਕੀ 30 ਨਵੇਂ ਪਾਤੇ ਉਹਨਾਂ ਨੇ। 38 ਮੈਂਬਰੀ ਕਮੇਟੀ ਜਿਹੜੀ ਸੀਗੀ ਉਹ ਬਣਾ ਕੇ ਉਹਨਾਂ ਨੇ ਅਨਾਉਂਸ ਕਰਤੀ, ਕਿਉਂਕਿ ਉਹਨਾਂ ਦਾ ਅਧਿਕਾਰ ਖੇਤਰ ਸੀਗਾ ਹਰਿਆਣਾ ਸਰਕਾਰ ਦਾ। ਹੀ ਤਾਂ ਇਹ ਅਪੀਲ ਕਰ ਰਹੇ ਆ ਕਿ ਜਿਹੜੇ ਬੰਦੇ ਇਸ ਲਈ ਲੜੇ ਆ ਉਹਨਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਂਦਾ, ਤੇ ਜਿਸ ਦਾ ਇਹਦੇ 'ਚ ਯੋਗਦਾਨ ਹੀ ਨਹੀਂ ਆ ਕਦੇ ਹਰਿਆਣਾ ਕਮੇਟੀ ਵਾਸਤੇ, ਵੀ ਉਸ ਮਹੰਤ ਨੂੰ ਪ੍ਰਧਾਨ ਬਣਾਉਣ ਦੀ ਤੁਕ ਕੀ ਬਣਦੀ ਆ। ਅਸੀਂ ਉਹ ਹਰਿਆਣਾ ਸਰਕਾਰ ਨੂੰ ਅਪੀਲ ਕਰਨੇ ਆ, ਮੁੱਖ ਮੰਤਰੀ ਸਾਹਿਬ ਨੂੰ ਵੀ, ਬਦਲਣਾ ਨਾ ਬਦਲਣਾ ਉਹਨਾਂ ਦੀ ਮਰਜ਼ੀ ਆ। ਸਿੱਖ ਸੰਗਤਾਂ ਨੂੰ ਸਾਡੀ ਅਪੀਲ ਆ, ਤੇ ਅਸੀਂ ਹਰਿਆਣਾ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਉਹ ਵਾਰਡਬੰਦੀ ਕਰਾਉਣ, ਵੋਟਾਂ ਬਣਵਾਉਣ, ਇਲੈਕਸ਼ਨ ਕਰਾਉਣ। ਆਪੇ ਸੰਗਤਾਂ ਚੁਣ ਕੇ ਭੇਜ ਦੇਣਗੀਆਂ, ਚਾਹੇ ਉਹ ਮੈਨੂੰ ਭੇਜਣ ਚਾਹੇ ਕਿਸੇ ਹੋਰ ਨੂੰ ਭੇਜਣ। ਇਹ ਤਾਂ ਸਿੱਖ ਸੰਗਤਾਂ ਨੇ ਦੇਖਣਾ, ਹਰਿਆਣੇ ਦੀਆਂ ਸਿੱਖ ਸੰਗਤਾਂ ਨੇ ਫਤਵਾ ਦੇਣਾ। ਉਹ ਕਿਹਦੇ ਹੱਕ 'ਚ ਦਿੰਦੇ ਆ? ਇਹ ਅਧਿਕਾਰ ਖੇਤਰ ਜਿਹੜੇ 20-30 ਲੱਖ ਸਿੱਖ ਇੱਥੇ ਵੱਸਦੇ ਆ, ਭਾਵੇਂ ਉਹ ਸਰਕਾਰੀ ਅੰਕੜਿਆਂ ਅਨੁਸਾਰ 15 ਲੱਖ ਆ, ਪਰ ਜੇ 20-25 ਲੱਖ ਇੱਥੇ ਸਿੱਖ ਵੱਸਦਾ ਵਾ, ਤਾਂ ਉਹਨਾਂ 'ਚੋਂ ਜਿਹੜੇ ਅਧਿਕਾਰ ਰੱਖਦੇ ਆ, ਯੋਗਤਾ ਰੱਖਦੇ ਆ ਮੈਂਬਰ ਵੋਟਰ ਬਣਨ ਦੀ ਤੇ ਮੈਂਬਰ ਬਣਨ ਦੀ, ਉਹ ਜਿਹੜੇ ਹੈਗੇ ਆ ਵੋਟਰ, ਵੋਟਾਂ ਪਾ ਕੇ ਤੇ ਆਪਣੇ ਮੈਂਬਰ ਚੁਣ ਕੇ ਸੰਗਤਾਂ ਭੇਜਣਗੀਆਂ ਪੂਰੇ ਹਰਿਆਣੇ ਦੇ ਵਿੱਚੋਂ। ਸਾਡੀ ਅਪੀਲ ਆ ਕਿ ਇਹਦੀ
ਚੋਣ ਜਿਹੜੀ ਆ ਹਰਿਆਣਾ ਸਰਕਾਰ ਜਲਦੀ ਕਰਾਏ। ਮਹੰਤ ਤੇ ਮੈਨੂੰ ਇਤਰਾਜ਼ ਆ, ਉਹ ਇਤਰਾਜ਼ ਮੇਰਾ ਬਰਕਰਾਰ ਆ ਤੇ ਰੱਖਿਆ ਅਸੀਂ ਸਰਕਾਰ ਦੇ ਮੂਹਰੇ, ਅਸੀਂ ਅਕਾਲ ਤਖਤ ਸਾਹਿਬ ਮੂਹਰੇ ਨਹੀਂ ਜਾ ਕੇ ਰੱਖਿਆ। ਅਸੀਂ ਕਿਉਂਕਿ ਸਰਕਾਰ ਨੇ ਬਣਾਇਆ, ਅਸੀਂ ਸਰਕਾਰ ਅੱਗੇ ਰੱਖਿਆ ਕਿ ਭਾਈ ਇਹ ਜਿਹੜਾ ਬੰਦਾ ਇਹ ਗਲਤ ਆ ਬਣਾਇਆ, ਤੁਸੀਂ ਇਹਨੂੰ ਜਿਹੜਾ ਬਦਲਿਆ ਜਾਵੇ। ਹੁਣ ਉਹਨਾਂ ਨੇ ਬਦਲਣਾ ਨਹੀਂ ਬਦਲਣਾ ਉਹਨਾਂ ਦੀ ਮਰਜ਼ੀ ਆ। ਦਾਦੂਵਾਲ ਸਾਹਿਬ ਹੁਣ ਥੋੜਾ ਜਿਹਾ ਕੁਝ ਹੋਰ ਸਵਾਲ ਜਿਹੜੇ ਇਹਨਾਂ ਮਸਲਿਆਂ ਨਾਲ ਹੀ ਜੁੜੇ ਨੇ ਕਿ ਜਦੋਂ ਹੁਣ ਇੱਥੇ ਮੇਰੇ ਖਿਆਲ ਦੇ ਵਿੱਚੋਂ ਕਮਿਸ਼ਨ ਵੀ ਬਣਾ ਦਿੱਤਾ ਹੈ ਜਿਨ੍ਹਾਂ ਨੇ ਵੋਟਾਂ ਕਰਵਾਉਣੀਆਂ ਨੇ, ਉਹ ਸਾਰਾ ਕੁਝ ਤਿਆਰ ਹੋਣਾ ਹੈ। ਇੱਥੇ ਪੰਜਾਬ ਦੇ ਵਿੱਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਜਧਾਰੀ ਸਿੱਖ ਵੋਟ ਦੀ ਵੀ ਗੱਲ ਹੁੰਦੀ ਹੈ ਕਿ ਤੁਸੀਂ ਹਰਿਆਣੇ ਦੇ ਵਿੱਚ ਵੀ ਇਹ ਮੁੱਦਾ ਰੱਖੋਗੇ, ਸਹਿਜਧਾਰੀ ਸਿੱਖ ਵੋਟ ਨੂੰ ਨਾਲ ਰੱਖੋਗੇ ਜਾਂ ਬਾਹਰ ਰੱਖੋਗੇ? ਦੇਖੋ ਇਹ ਤਾਂ ਜਿਹੜੀ ਸਿੱਖ ਦੀ ਪਰਿਭਾਸ਼ਾ ਉਹ ਤਾਂ ਕੋਰਟ ਨੇ ਸੈੱਟ ਹੀ ਕਰ ਦਿੱਤੀ ਨਾ, ਉਹ ਇਕੱਲੇ ਪੰਜਾਬ ਦੀ ਨਹੀਂ ਕੀਤੀ, ਇਕੱਲੇ ਹਰਿਆਣੇ ਦੀ ਨਹੀਂ ਕੀਤੀ, ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਜਿਹੜੀ ਸਿੱਖ ਦੀ ਪਰਿਭਾਸ਼ਾ ਵਾ ਉਹ ਕੋਰਟ ਨੇ ਸੈੱਟ ਕਰ ਦਿੱਤੀ ਆ। ਇਹ ਮਸਲਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਸ ਤਰ੍ਹਾਂ ਜੋ ਪ੍ਰਵਾਨਗੀ ਦਿੱਤੀ ਅਕਾਲ ਤਖਤ ਸਾਹਿਬ ਨੇ, ਕੋਰਟ ਨੇ ਵੀ ਉਸੇ ਅਨੁਸਾਰ ਸੈੱਟ ਕੀਤਾ, ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਇਗਨੋਰ ਨਹੀਂ ਕੀਤਾ। ਤੇ ਇਸ ਕਾਰਨ ਕਰਕੇ ਜਿਹੜਾ ਮਰਿਆਦਾ ਦਾ ਮਸਲਾ ਵਾ ਕਿ ਵੋਟ ਸਹਿਜਧਾਰੀ ਕੌਣ ਆ, ਅਸਲ ਸਿੱਖ ਕੌਣ ਆ, ਤੇ ਆਪਣਾ ਵੋਟ ਦਾ ਹੱਕ ਕੌਣ ਰੱਖਦਾ, ਮੈਂਬਰ ਦਾ ਹੱਕ ਕੌਣ ਰੱਖਦਾ ਕੌਣ ਨਹੀਂ, ਇਹ ਮਰਿਆਦਾ ਪੰਥ ਦੀ ਹੈ, ਇਕੱਲਾ ਦਾਦੂਵਾਲ ਨਹੀਂ ਕਰ ਸਕਦਾ ਇਹਦੇ 'ਚ। ਇਹ ਅਕਾਲ ਤਖਤ ਸਾਹਿਬ ਤੋਂ ਜਿਹੜੀ ਆ ਸੈੱਟ ਹੋ ਗਈ ਆ ਤੇ ਜੋ ਉਹਨਾਂ ਨੇ ਪੱਖ ਦਿੱਤਾ ਉਹਨੂੰ ਕੋਰਟ ਨੇ ਸੈੱਟ ਕਰ ਦਿੱਤਾ, ਕੋਰਟ ਨੇ ਵੀ ਜਿਹੜੀ ਸੈੱਟ ਕਰ ਦਿੱਤੀ ਹੈ। ਹੁਣ ਕੋਈ ਉਹਦੇ 'ਚ ਹੋਰ ਚੇਂਜਿੰਗ ਕਰਨ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਕੋਰਟ ਵਿੱਚ ਚਾਰਾਜੋਈ ਕਰਦਾ ਤਾਂ ਉਹਦੀ ਆਪਣੀ ਮਰਜ਼ੀ ਆ, ਪਰ ਅਸੀਂ ਜੋ ਸੈੱਟ ਹੋ ਗਿਆ ਵਾ ਉਹਦੇ ਤੋਂ ਅਸੀਂ ਪਾਸੇ ਨਹੀਂ ਜਾਂਦੇ। ਅਸੀਂ ਅਕਾਲ ਤਖਤ ਸਾਹਿਬ ਨੇ ਜੋ ਦੇ ਦਿੱਤਾ ਵਾ ਅਸੀਂ ਉਹਨੂੰ ਸਮਰਪਿਤ ਆ, ਉਹਦੇ ਅਨੁਸਾਰ ਜਿਹੜਾ ਯੋਗਤਾ ਰੱਖਦਾ ਜਿੱਥੋਂ ਤੱਕ ਅਸੀਂ ਸਵਾਲ ਉਸ ਨੂੰ ਜਿਹੜਾ ਹੈਗਾ ਅਸੀਂ ਫਾਲੋ ਕਰਦੇ ਹਾਂ। ਦਾਦੂਵਾਲ ਸਾਹਿਬ ਤੁਹਾਡੀਆਂ ਜਿੰਨੀਆਂ ਇੰਟਰਵਿਊਜ਼ ਨੇ ਉਹਦੇ ਥੱਲੇ ਕਈ ਵਾਰੀ ਕਮੈਂਟ ਵੀ ਤੁਸੀਂ ਵੀ ਪੜ੍ਹਦੇ ਹੋਣੇ, ਅਸੀਂ ਵੀ ਪੜ੍ਹੀਦੇ ਨੇ, ਲੋਕਾਂ ਵਿੱਚ ਇਹ ਚਰਚਾ ਜਾਂਦੀ ਕਿ ਦਾਦੂਵਾਲ ਸਾਹਿਬ ਬੀਜੇਪੀ ਤੇ ਆਰਐਸਐਸ ਦੇ ਜੋ ਕੁਝ ਉਹਨਾਂ ਵੱਲੋਂ ਮੁਲਕ ਵਿੱਚ ਚੱਲ ਰਿਹਾ ਉਹਨੂੰ ਲੈ ਕੇ ਬੜਾ ਸੌਫਟ ਕਾਰਨਰ ਜਿਹਾ ਰੱਖਦੇ ਨੇ। ਜਿਵੇਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਬਾਰੇ ਕਹਿੰਦੇ ਹੋ ਕਿ ਜੀ ਉਹਨਾਂ ਨੇ ਵੀਰ ਬਾਲ ਦਿਵਸ ਮਨਾਇਆ ਤਾਂ ਉਹ ਸਹੀ ਹੈ, ਜੇ ਕੱਲ ਨੂੰ ਉਹਨਾਂ ਨੇ ਵੀਰ ਗੁਰੂ ਗੋਬਿੰਦ ਸਿੰਘ ਜਾਂ ਵੀਰ ਕੋਈ ਹੋਰ ਇਸ ਤਰ੍ਹਾਂ ਨਾਮ ਰੱਖ ਦਿੱਤੇ ਕੀ ਤੁਸੀਂ ਉਸ ਨੂੰ ਸਹੀ ਕਹੋਗੇ? ਦੂਜਾ ਇਹ ਕਿ ਤੁਸੀਂ ਪੰਥਕ ਪਾਰਟੀ ਜਿਹੜੀ ਪੂਰੇ ਮੁਲਕ ਭਰ ਦੇ ਵਿੱਚ ਇੱਕੋ ਇੱਕ ਹੈ ਸ਼੍ਰੋਮਣੀ ਅਕਾਲੀ ਦਲ, ਉਹਨੂੰ ਲੈ ਕੇ ਤੁਹਾਡਾ ਟਾਰਗੇਟ ਸਿੱਧਾ ਹੁੰਦਾ, ਜਦ ਕਿ ਬੀਜੇਪੀ ਦਾ ਜਿਹੜਾ ਭਗਵਾ ਏਜੰਡਾ ਆ ਉਹਦੇ ਨਾਲ ਤੁਸੀਂ ਭੁਗਤਦੇ ਨਜ਼ਰ ਆਉਂਦੇ ਹੋ। ਜਿਸ ਤਰੀਕੇ ਨਾਲ ਤੁਸੀਂ ਆਪਣੀਆਂ ਇੰਟਰਵਿਊਜ਼ ਵਿੱਚ ਜਿਵੇਂ ਹੁਣ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਖੱਟਰ ਸਾਹਿਬ ਨੇ ਜੋ ਕੀਤਾ ਚੰਗਾ ਕੀਤਾ, ਮਤਲਬ ਕਿ ਜਿੱਥੇ ਤਾਂ ਵੀਰ ਬਾਲ ਦਿਵਸ ਦੀ ਗੱਲ ਹੁੰਦੀ ਹੈ ਉੱਥੇ ਪੂਰੇ ਮੁਲਕ ਦੇ ਵਿੱਚ ਇਸ ਗੱਲ ਦਾ ਰੋਸ ਰਿਹਾ ਸਿੱਖਾਂ 'ਚ ਕਿ ਇਹ ਨਹੀਂ ਸੀ, ਹਾਲਾਂਕਿ ਦਿੱਲੀ ਕਮੇਟੀ ਆਪਣੇ ਤਰੀਕੇ ਦਾ ਸਟੈਂਡ ਰੱਖਦੀ ਰਹੀ। ਤੁਸੀਂ ਦੇਖੋ ਦਿੱਲੀ ਕਮੇਟੀ ਨੇ ਤੇ ਉਹਦਾ ਪੂਰਾ ਸਮਰਥਨ ਕੀਤਾ, ਪਰ ਤੁਸੀਂ ਮੇਰੀਆਂ ਸਟੇਟਮੈਂਟਾਂ ਜਾਂ ਤਾਂ ਪਿਛਲੇ ਸਮੇਂ ਸੁਣੀਆਂ ਨਹੀਂ ਆ। ਮੈਂ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸਾਹਿਬਜ਼ਾਦਿਆਂ ਦਾ ਦਿਨ ਮਨਾਉਣ ਦੀ ਸ਼ਲਾਘਾ ਕੀਤੀ ਆ, ਸ਼ਤਾਬਦੀਆਂ ਮਨਾਉਣ ਦੀ ਸ਼ਲਾਘਾ ਕੀਤੀ ਆ, ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਸ਼ਲਾਘਾ ਕੀਤੀ ਆ, ਮੈਂ ਹੇਮਕੁੰਟ ਸਾਹਿਬ ਦੇ ਰੋਪਵੇ ਦੀ ਸ਼ਲਾਘਾ ਕੀਤੀ ਆ, ਮੈਂ ਬਲੈਕ ਲਿਸਟਾਂ ਖਤਮ ਕਰਨ ਦੀ ਸ਼ਲਾਘਾ ਕੀਤੀ ਆ, ਮੈਂ ਆਨੰਦਪੁਰ ਸਾਹਿਬ ਵੰਦੇ ਭਾਰਤ ਟ੍ਰੇਨ ਦਾ ਸਟਾਪ ਦਿੱਤਾ ਗਿਆ ਉਹਦੀ ਸ਼ਲਾਘਾ ਕੀਤੀ ਆ। ਪਰ ਮੈਂ ਇੱਕ ਗੱਲ ਕਹਿਣਾ, ਚੰਗੇ ਕੰਮ ਦੀ ਸ਼ਲਾਘਾ ਕਰਨੀ ਸਾਡਾ ਸਭ ਦਾ ਫਰਜ਼ ਬਣਦਾ, ਕਰਨੀ ਚਾਹੀਦੀ ਆ। ਹੁਣ ਰਹਿ ਗਈ ਨਾਂ ਤੇ ਗੱਲ, ਨਾਂ ਬਾਰੇ ਮੈਂ ਬਕਾਇਦਾ ਕਿਹਾ ਕਿ ਜਿਸ ਕੌਮ ਦਾ ਦਿਨ ਮਨਾਇਆ ਜਾ ਰਿਹਾ ਉਸ ਕੌਮ ਨੂੰ ਜ਼ਰੂਰ ਉਹਨਾਂ ਦੇ ਸਕਾਲਰਾਂ ਦੇ ਨਾਲ, ਉਹਨਾਂ ਦੇ ਆਗੂਆਂ ਨਾਲ ਡਿਸਕਸ, ਉਹਨਾਂ ਦੀਆਂ ਸੰਸਥਾਵਾਂ ਨਾਲ ਕਰਨੀ ਚਾਹੀਦੀ ਹੈ। ਕਿਸੇ ਵੀ ਕੌਮ ਦਾ ਤੁਸੀਂ ਦਿਨ ਮਨਾਓ ਨੈਸ਼ਨਲ ਤੌਰ ਤੇ, ਉਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਜ਼ਰੂਰ ਡਿਸਕਸ ਕਰੋ। ਏਡਾ ਵੱਡਾ ਤੁਸੀਂ ਦਿਨ ਮਨਾਇਆ, ਜਿਸ ਕੌਮ ਦਾ ਦਿਨ ਮਨਾਇਆ ਵਾ ਜੇ ਉਹ ਕੌਮ ਖੁਸ਼ ਹੀ ਨਹੀਂ ਹੋਈ ਤੇ ਫਿਰ ਤੁਹਾਡਾ ਦਿਨ ਮਨਾਇਆ ਵੀ ਕਿਹੜੇ ਪਾਸੇ ਜਾਂਦਾ ਵਾ। ਤੇ ਇਸ ਕਾਰਨ ਕਰਕੇ ਮੈਂ ਕਹਿ ਚੁੱਕਾ ਪਹਿਲਾਂ ਕਿ ਜੇ ਵੀਰ ਬਾਲ ਦਿਵਸ ਨਾਂ ਦੇ ਉੱਤੇ ਇਤਰਾਜ਼ ਆ ਤੇ ਭਾਰਤ ਸਰਕਾਰ ਨੂੰ ਇਹਦੇ ਤੇ ਡਿਸਕਸ ਜ਼ਰੂਰ ਕਰਨੀ ਚਾਹੀਦੀ ਆ। ਇੱਕ ਸਾਲ ਪੂਰਾ ਪਿਆ, ਹੁਣ ਅਗਲਾ ਜਿਹੜਾ ਇਹ ਮਨਾਇਆ ਗਿਆ ਤਾਂ ਮਨਾਇਆ ਗਿਆ, ਲੰਘ ਗਿਆ, ਅਗਲੇ ਇੱਕ ਸਾਲ ਦੇ ਵਿੱਚ ਡਿਸਕਸ ਕਰਕੇ ਇਹ ਜਿਹੜਾ ਵਖਰੇਵਾਂ ਇਹਨੂੰ ਦੂਰ ਕਰ ਲਿਆ ਜਾਣਾ ਚਾਹੀਦਾ। ਸਾਹਿਬਜ਼ਾਦੇ ਸਾਡੇ ਬਾਬੇ ਆ, ਅਸੀਂ ਉਹਨਾਂ ਨੂੰ ਬਾਬੇ ਮੰਨਦੇ ਹਾਂ, ਸਾਹਿਬਜ਼ਾਦੇ ਆ ਗੁਰੂ ਦੇ ਸਾਹਿਬਜ਼ਾਦੇ, ਭਾਵੇਂ ਕਿਉਂਕਿ ਇਹਦੇ ਤੇ ਕੰਟਰੋਵਰਸੀ ਪੈਦਾ ਹੋ ਗਈ ਆ, ਭਾਵੇਂ ਕਿ ਵੀਰ ਬਾਲ ਦਿਵਸ ਦਾ ਵੀ ਅਰਥ ਬਣਦਾ ਬਹਾਦਰ ਬੱਚਿਆਂ ਦਾ ਦਿਨ। ਗੁਰੂ ਦੇ ਬਹਾਦਰ ਹੈ ਤਾਂ ਉਹ ਬੱਚੇ ਸੀ ਪਰ ਉਹਨਾਂ ਦੇ ਕੰਮ ਬਾਬਿਆਂ ਵਾਲੇ ਸੀਗੇ। ਅਸੀਂ ਇਸ ਚੀਜ਼ ਦਾ ਵੀ ਜੇ ਅਸੀਂ, ਪਰ ਇਹਦੇ ਤੇ ਕੰਟਰੋਵਰਸੀ ਪੈਦਾ ਹੋ ਗਈ ਆ। ਕੋਈ ਸਿਆਸੀ ਲੋਕ ਕੀ ਕਹਿੰਦੇ ਆ ਮੈਂ ਉਧਰ ਨਹੀਂ ਜਾਂਦਾ, ਪਰ ਜੇ ਅਕਾਲ ਤਖਤ ਸਾਹਿਬ ਨੇ ਕਹਿ ਦਿੱਤਾ ਕਿ ਇਹਦਾ ਦਿਨ ਜਿਹੜਾ ਨਾਮ ਆ ਇਹਦਾ ਚੇਂਜ ਕਰ ਲਓ
ਤੇ ਸਰਕਾਰ ਨੂੰ ਮੈਂ ਸਮਝਦਾ ਕੋਈ ਇਹਦੇ ਤੇ ਇਤਰਾਜ਼ ਹੋਣਾ ਹੀ ਨਹੀਂ ਚਾਹੀਦਾ। ਭਾਰਤ ਸਰਕਾਰ ਨੂੰ, ਜਿਵੇਂ ਉਹ ਕਹਿੰਦੇ ਹੁੰਦੇ ਆ, ਸੁੱਤੇ ਪਏ ਬੱਚੇ ਦਾ ਮੂੰਹ ਚੁੰਮਿਆ ਨਾ ਚੁੰਮਿਆ ਬਰਾਬਰ ਆ। ਜਿਹਦਾ ਮੂੰਹ ਚੁੰਮਿਆ ਉਹਨੂੰ ਪਤਾ ਹੀ ਨਹੀਂ ਲੱਗਾ। ਦਿਨ ਤੁਸੀਂ ਮਨਾਤਾ, ਜਿਨ੍ਹਾਂ ਦਾ ਦਿਨ ਮਨਾਇਆ ਉਹਨਾਂ ਨੂੰ ਇਤਰਾਜ਼ ਆ ਨਾਂ ਦੇ ਉੱਤੇ। ਤੇ ਇਹ ਨਾਂ ਸੁਧਾਰਨ ਦੇ ਵਿੱਚ ਕਿੱਡੀ ਗੱਲ ਰਹੀ। ਗੱਲ ਸੌਫਟ ਕਾਰਨਰ, ਮੇਰਾ ਆਹ ਸੌਫਟ ਕਾਰਨਰ ਆ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂ ਬਿਲਕੁਲ ਖਿਲਾਫ ਨਹੀਂ। ਕਦੇ ਤੁਸੀਂ ਦੇਖੋ ਮੇਰੀਆਂ ਸਟੇਟਮੈਂਟਾਂ ਕੱਢੋ, ਮੈਂ ਹਮੇਸ਼ਾ ਕਿਹਾ ਕਿ ਸਾਡੀਆਂ ਸੰਸਥਾਵਾਂ ਨੇ ਇੱਕ ਪਰਿਵਾਰ ਦੇ ਨਾਲ, ਜਿਹੜਾ ਜਦੋਂ ਇੱਕ ਪਰਿਵਾਰ ਦਾ ਕਬਜ਼ਾ ਹੋਇਆ, ਇਹ ਸੰਸਥਾਵਾਂ ਨਿਘਾਰ ਵੱਲ ਗਈਆਂ ਨੇ। ਇੱਕ ਪਰਿਵਾਰ ਦਾ ਕਬਜ਼ਾ ਹਟਾ ਕੇ ਅਸੀਂ ਇਹਨਾਂ ਸੰਸਥਾਵਾਂ ਨੂੰ ਉਭਾਰਨਾ ਵਾ, ਇਹਨਾਂ ਨੂੰ ਸਟੈਬਲਿਸ਼ ਮੁੜ ਕੇ ਸਰਵਾਈਵ ਕਰਨਾ ਵਾ। ਇਹੀ ਮੇਰੀ ਸਟੇਟਮੈਂਟ ਰਹੀ ਆ। ਕਮੈਂਟ ਥੱਲੇ ਕੌਣ ਕੀ ਕਰਦਾ ਇਹਦੇ ਨਾਲ ਮੇਰਾ ਕੋਈ ਸਰੋਕਾਰ ਨਹੀਂ, ਕਿਉਂਕਿ ਕਮੈਂਟ ਉਹਨਾਂ ਦੇ IT ਸੈੱਲ ਬੈਠੇ ਆ। ਜਦੋਂ ਮੈਂ ਸਿਧਾਂਤਕ ਗੱਲ ਕਰਦਾ ਵਾਂ ਤੇ ਜਿਹੜੀਆਂ ਪਾਰਟੀਆਂ ਧੜੇ ਨੇ, ਹੁਣ ਡੇਰੇ ਸਰਸੇ ਵਾਲੇ ਦਾ IT ਸੈੱਲ ਬੈਠਾ ਵਾ, ਬਾਦਲ ਦਲ ਦਾ IT ਸੈੱਲ ਬੈਠਾ, ਉਹਨਾਂ ਨੇ ਮੇਰੀ ਸੋਭਾ ਦੇ ਸੋਲੇ ਥੋੜੀ ਗਾਉਣੇ ਆ। ਉਹਨਾਂ ਨੇ ਤਾਂ ਮੇਰਾ ਵਿਰੋਧ ਕਰਨਾ, ਹਰ ਗੱਲ ਤੇ ਕਰਨਾ। ਮੈਂ ਇੱਧਰ ਨਹੀਂ ਜਾਂਦਾ ਕਿ ਤੁਹਾਡੇ ਜਿਹੜੀ ਇੰਟਰਵਿਊ ਉਹਦੇ ਥੱਲੇ ਕਮੈਂਟ ਕੀ ਆਏ ਆ। ਮੈਂ ਤਾਂ ਸਿਧਾਂਤਕ ਗੱਲ ਜਿਹੜੀ ਆ ਉਹ ਕਰਨੀ ਆ। ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ, ਚੰਗੀ ਗੱਲ ਦੀ ਸ਼ਲਾਘਾ ਕਰਨੀ ਆ, ਮਾੜੀ ਗੱਲ ਦਾ ਵਿਰੋਧ ਕਰਨਾ ਕੋਈ ਕਰੇ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਮੈਂ ਕਦੇ ਵਿਰੋਧ ਨਹੀਂ ਕੀਤਾ, ਸੰਸਥਾਵਾਂ ਦਾ ਵਿਰੋਧ ਨਹੀਂ ਕੀਤਾ, ਮੌਜੂਦਾ ਪ੍ਰਬੰਧ ਦਾ ਵਿਰੋਧ ਕੀਤਾ, ਪ੍ਰਬੰਧਕਾਂ ਦਾ। ਮੈਂ ਹਮੇਸ਼ਾ ਕਿਹਾ ਕਿ ਜੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਮਾੜਾ ਹੋ ਜੇ, ਕਿਸੇ ਸਕੂਲ ਦਾ ਪ੍ਰਿੰਸੀਪਲ ਮਾੜਾ ਹੋ ਜੇ, ਅਸੀਂ ਸਕੂਲ ਜਾਂ ਯੂਨੀਵਰਸਿਟੀ ਨੂੰ ਜਿੰਦਾ ਨਹੀਂ ਲਾਉਂਦੇ। ਅਸੀਂ ਉਹਦਾ ਵਾਈਸ ਚਾਂਸਲਰ ਬਦਲਦੇ ਆ, ਅਸੀਂ ਪ੍ਰਿੰਸੀਪਲ ਬਦਲਦੇ ਆ। ਇਸੇ ਤਰ੍ਹਾਂ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਇਹਦਾ ਜਿਹੜਾ ਮੌਜੂਦਾ ਪ੍ਰਬੰਧ ਇੱਕ ਪਰਿਵਾਰ, ਗੈਰ ਸਿਧਾਂਤਕ ਪਰਿਵਾਰ ਦੇ ਕੋਲ ਚਲੇ ਗਿਆ, ਅਸੀਂ ਉਹਨੂੰ ਬਦਲਣ ਦਾ ਜਿਹੜਾ ਹੈਗਾ ਉਹਦੇ ਲਈ ਸੱਦਾ ਦਿੰਦੇ ਆ ਕਿ ਭਾਈ ਇਹਨਾਂ ਸੰਸਥਾਵਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਕਮੇਟੀ ਨੂੰ ਸਰਵਾਈਵ ਕਰਨ ਦਾ ਯਤਨ ਕੀਤਾ ਜਾਵੇ। ਜਿਹੜਾ ਗੈਰ ਸਿਧਾਂਤਕ ਪਰਿਵਾਰ ਇਹਦੇ ਤੇ ਕਾਬਜ਼ ਆ ਉਹਨੂੰ ਪਾਸੇ ਕੀਤਾ ਜਾਵੇ। ਇਹ ਮੇਰਾ ਵਿਰੋਧ ਹੁੰਦਾ। ਜਿਵੇਂ ਜਿਵੇਂ ਹਰਿਆਣਾ ਕਮੇਟੀ ਦੇ ਵਿੱਚ ਹੋਇਆ ਕਿ ਆਪਣੇ ਵੱਲੋਂ ਪ੍ਰਧਾਨ ਥਾਪ ਦਿੱਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਇਸੇ ਤਰੀਕੇ ਨਾਲ ਨਜ਼ਰਾਂ ਰੱਖੀਆਂ ਜਾ ਰਹੀਆਂ। ਜੇ ਮੰਨ ਲਓ ਕਿ ਕੱਲ ਨੂੰ ਇੱਧਰ ਵੀ ਇਹੋ ਜਿਹਾ ਕੁਝ ਹੋ ਜੇ, ਚੋਣਾਂ ਤਾਂ ਹੋਣੀਆਂ ਹੀ ਨੇ, ਜੇ ਆਪਣੇ ਵੱਲੋਂ ਕੋਈ ਇਸ ਤਰ੍ਹਾਂ ਥਾਪ ਦਿੱਤਾ ਜਾਏਗਾ ਜਾਂ ਉਹ ਕੋਈ ਸਰਕਾਰ ਦਾ ਪੱਖੀ ਹੋਏਗਾ, ਫਿਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਉਸ ਤਰੀਕੇ ਨਾਲ ਵਰਕ ਕਰੇਗਾ। ਤੁਸੀਂ ਮੰਨਦੇ ਨਹੀਂ ਕਿ ਇਹ ਪੰਥ ਕੌਮ ਦੇ ਲਈ, ਸਿੱਖਾਂ ਲਈ ਖਾਸ ਕਰ, ਜਿਹੜਾ ਉਹ ਇੱਕ ਨਵੇਂ ਤਰੀਕੇ ਦਾ ਸੰਕਟ ਪੈਦਾ ਹੁੰਦਾ ਜਾ ਰਿਹਾ? ਦੇਖੋ, ਇਹ ਜਿਨ੍ਹਾਂ ਨੇ ਸੰਕਟ ਪੈਦਾ ਕੀਤਾ ਉਹੀ ਰੌਲਾ ਪਾ ਰਹੇ ਨੇ ਅੱਜ। ਦੇਖੋ, ਉਹਨਾਂ ਨੇ ਹੀ ਸਾਰਾ ਕੁਝ ਕੀਤਾ, ਉਹਨਾਂ ਨੇ ਹੀ ਭਾਈਵਾਲੀਆਂ ਨਾਲ ਸਰਕਾਰਾਂ ਬਾਣੀਆਂ, ਉਹਨਾਂ ਨੇ ਹੀ ਸਾਰਾ ਕੁਝ ਦਖਲਅੰਦਾਜ਼ੀ ਕੀਤੀ ਆ। ਉਹੀ ਸਾਰਾ ਕੁਝ ਹੁਣ ਦੁਬਾਰਾ ਫੇਰ ਉਹ ਤਰਲੋ ਮੱਛੀ ਹੋ ਰਹੇ ਆ। ਤਾਂ ਮੈਨੂੰ ਲੱਗਦਾ 24 ਤੋਂ ਪਹਿਲਾਂ ਪਹਿਲਾਂ ਅਲਾਇੰਸ ਵੀ ਹੋ ਜਾਊਗਾ, ਮੁੜ ਕੇ ਸਾਰਾ ਕੁਝ ਚੰਗਾ ਹੋ ਜਾਣਾ। ਅਸੀਂ ਤਾਂ ਅੱਜ ਵੀ ਕਹਿ ਰਹੇ ਹਾਂ ਕਿ ਜਿਸ ਨਾਂ ਤੇ ਕੌਮ ਨੂੰ ਇਤਰਾਜ਼ ਆ ਉਹਨੂੰ ਬਦਲਣ 'ਚ ਸਰਕਾਰ ਨੂੰ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਪਰ ਤੁਸੀਂ ਦੇਖ ਲਿਓ, ਜੇਕਰ ਇਹ ਆਉਂਦੇ ਸਾਹਿਬਜ਼ਾਦੇ ਸ਼ਹੀਦੀ ਦਿਨ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਅਲਾਇੰਸ ਹੋ ਗਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਇਹਦੀ ਜਿਹੜੀ ਆ ਸ਼ਲਾਘਾ ਕਰਨੀ ਆ। ਨਹੀਂ ਜੀ, ਕੋਈ ਗੱਲ ਨਹੀਂ, ਇਹੀ ਦਿਨ ਠੀਕ ਆ, ਇਹੀ ਨਾਂ ਠੀਕ ਆ। ਜਿਵੇਂ ਉਹਨਾਂ ਨੇ 3 ਖੇਤੀ ਕਾਨੂੰਨਾਂ ਦਾ, ਦੇਖੋ, ਪਹਿਲਾਂ ਬਜ਼ੁਰਗ ਨੇ, ਫਿਰ ਨੌਂ ਨੇ, ਫਿਰ ਪੁੱਤ ਨੇ, ਤਿੰਨਾਂ ਨੇ ਸੋਲੇ ਗਾਏ ਸੀਗੇ 3 ਖੇਤੀ ਕਾਨੂੰਨਾਂ ਦੇ। ਜਦੋਂ ਲੋਕਾਂ ਨੇ ਘਰ ਘੇਰ ਲਿਆ, ਮੁੜ ਕੇ ਕਹਿਣ ਲੱਗੇ ਨਹੀਂ ਜੀ ਇਹ ਕਾਨੂੰਨ ਬੜੇ ਮਾੜੇ ਆ। ਪਹਿਲਾਂ ਇਹਨਾਂ ਕਾਨੂੰਨਾਂ ਦੇ ਸੋਲੇ ਗਾਈ ਗਏ ਤਿੰਨੇ ਹੀ, ਪਿਓ ਨੇ ਵੀ ਗਾਏ, ਪੁੱਤ ਨੇ ਵੀ ਗਾਏ, ਨੌਂ ਨੇ ਵੀ ਗਾਏ। ਤੇ ਜਦੋਂ ਲੋਕਾਂ ਨੇ ਘਰ ਘੇਰਿਆ ਵੀ ਪੰਜਾਬ 'ਚ ਵੜਨਾ ਕਿ ਨਹੀਂ, ਵੇਖਿਆ ਵੀ ਇਹਦਾ ਮਸਲਾ ਹੀ ਉਲਟ ਹੋ ਗਿਆ, ਫਿਰ ਕਹਿਣ ਲੱਗ ਗਏ ਜੀ ਨਹੀਂ ਜੀ ਇਹਨੂੰ। ਫਿਰ ਵੀ ਉਹਨਾਂ ਨੇ ਨਹੀਂ, ਫਿਰ ਵੀ ਕੇਂਦਰ ਨੇ ਆਖਿਆ ਵੀ ਭਾਈ ਇੱਕ ਪਾਸੇ ਹੋ ਜਾਓ, ਦੋਗਲੇ ਨਾ ਚੱਲੋ, ਜਾਂ ਤਾਂ ਇਹਨਾਂ ਦੇ ਵਿਰੋਧ 'ਚ ਖੜ ਜਾਓ ਜਾਂ ਸਾਡੇ ਨਾਲ ਹੱਕ 'ਚ ਖੜ ਜਾਓ। ਫਿਰ ਇਹਨਾਂ ਨੂੰ ਜਿਹੜਾ ਸੀਗਾ ਪਾਸੇ ਹੋਣਾ ਪਿਆ। ਹੁਣ ਇਹ ਤਾਂ ਫਿਰ ਦੁਬਾਰਾ ਅਲਾਇੰਸ ਦੀਆਂ ਗੱਲਾਂ ਚੱਲ ਰਹੀਆਂ ਨੇ। ਥੋੜੀ ਬਹੁਤੀ ਸ਼ਾਇਦ ਇਹਦੇ ਵਿੱਚ ਉਹਨਾਂ ਦੀ ਚੱਲ ਰਹੀ ਆ ਵੀ ਜੁੜਨਾ ਜਾਂ ਨਹੀਂ। ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹਨਾਂ ਦੀ, ਉਹ ਨਹੀਂ ਚਾਹੁੰਦੀ ਕਿ ਦੁਬਾਰਾ ਗੱਠਜੋੜ ਜਿਹੜਾ ਉਹ ਹੋਵੇ। ਜੋ ਉਹਨਾਂ ਨੇ ਪਹਿਲਾਂ 10 ਸਾਲਾਂ ਦੇ ਵਿੱਚ ਸੰਤਾਪ ਹੰਢਾਇਆ ਇਹਨਾਂ ਦੇ ਨਾਲ, ਜਿੱਦਾਂ ਉਹਨਾਂ ਨੂੰ ਇਹਨਾਂ ਨੇ ਨੁਕਰੇ ਲਾ ਕੇ ਰੱਖਿਆ, ਉਹ ਨਹੀਂ ਚਾਹੁੰਦੇ। ਪਰ ਹੋ ਸਕਦਾ ਕੇਂਦਰ ਵਾਲੇ ਜਿਹੜੇ ਉਹ ਕਰ ਲੈਣ ਉਹਨਾਂ ਨੂੰ ਇਗਨੋਰ ਕਰਕੇ, ਕਿਉਂਕਿ ਉਹ ਉਹਨਾਂ ਨੇ ਆਪਣਾ ਦੇਖਣਾ। ਤਾਂ ਫਿਰ ਇਹਨਾਂ ਨੇ ਸਾਰੀਆਂ ਗੱਲਾਂ ਦੀ ਸ਼ੋਭਾ ਕਰਨੀ ਆ, ਇਹਨਾਂ ਨੇ ਸੋਲੇ ਗਾਉਣੇ ਆ। ਮੈਂ ਤਾਂ ਜਿਹੜੀ ਗੱਲ ਆ, ਸਿਧਾਂਤਕ ਗੱਲ ਆ, ਜਿੱਥੇ ਸਹੀ ਗੱਲ ਆ ਉਹਦੀ ਸ਼ਲਾਘਾ ਕਰਦਾ, ਜਿੱਥੇ ਗਲਤ ਗੱਲ ਆ ਉੱਥੇ ਆਪਣੇ ਵਿਚਾਰ ਵੱਖਰੇ ਰੱਖਦਾ, ਵਿਰੋਧ ਕਰਦਾ। ਹੁਣ ਦੇਖੋ, ਜੇ ਮੈਂ ਸੋਲੇ ਗਾਉਣੇ ਹੁੰਦੇ
ਤਾਂ ਮੈਨੂੰ ਤਾਂ ਪੈਟਰਨ ਬਣਾ ਰਹੇ ਸੀਗੇ। ਮੈਂ ਪਰ ਆਖਿਆ ਗੈਰ ਸਿਧਾਂਤਕ ਗੱਲ ਆ ਵੀ ਭਾਈ ਇਹ ਪੋਸਟ ਹੀ ਗੁਰਮਰਿਆਦਾ ਦੇ ਵਿਰੁੱਧ ਆ, ਮੈਂ ਇਹ ਪੋਸਟ ਨਹੀਂ ਲੈਣੀ, ਇਹ ਪੋਸਟ ਖਤਮ ਕਰੋ। ਵਿਰੋਧ ਕੀਤਾ, ਆਪਾਂ ਸਿਧਾਂਤਕ ਗੱਲ ਸੀ। ਮੈਨੂੰ ਇਸ ਗੱਲ ਦਾ, ਦੋ ਗੱਲਾਂ ਦਾ ਮੈਨੂੰ ਮਾਣ ਰਹੇਗਾ ਸੁਖਵਿੰਦਰ ਸਿੰਘ ਜੀ, ਕਿ ਇੱਕ ਤਾਂ ਮੇਰੀ ਮੁੱਖ ਸੇਵਾਦਾਰੀ 'ਚ ਫੈਸਲਾ ਆਇਆ ਤੇ ਹਰਿਆਣੇ ਦੇ ਸਿੱਖਾਂ ਨੂੰ ਕਾਨੂੰਨੀ ਮਾਨਤਾ, ਕਾਨੂੰਨੀ ਹੱਕ ਮਿਲਿਆ ਸੇਵਾ ਦਾ। ਦੂਜਾ ਮੈਨੂੰ ਮਾਣ ਹੈ ਕਿ ਮੈਂ ਗੁਰੂ ਵਾਲੀ ਜਿਹੜੀ ਜਗ੍ਹਾ ਸੀ ਨਾ, ਮੈਂ ਇੱਕ ਸੇਵਕ ਸਿੱਖ ਹੁੰਦਿਆਂ ਉਸ ਅਹੁਦੇ ਨੂੰ ਪ੍ਰਵਾਨ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਨੇ ਇਲੈਕਸ਼ਨ ਤੋਂ 10 ਮਿੰਟ ਪਹਿਲਾਂ ਵੀ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਪੈਟਰਨ ਬਣਾਉਣਾ, ਪ੍ਰਧਾਨ ਸਾਡੀ ਮਜਬੂਰੀ ਕੋਈ ਹੋਰ ਬਣਾਉਣਾ ਪੈ ਰਿਹਾ ਸਾਨੂੰ। ਮੈਂ ਕਿਹਾ ਨਹੀਂ ਮੁੱਖ ਮੰਤਰੀ ਸਾਹਿਬ, ਤੁਸੀਂ ਬਣਾ ਰਹੇ ਹੋ ਠੀਕ ਹੈ। ਮੈਨੂੰ ਨਹੀਂ ਸੀ ਪਤਾ ਕਿਹਨੂੰ ਬਣਾ ਰਹੇ ਆ ਉਸ ਵੇਲੇ ਤੱਕ, ਮੈਨੂੰ ਤਾਂ ਨਾਮ ਮੈਂ ਉਸ ਮੀਟਿੰਗ 'ਚ ਹੀ ਸੁਣਿਆ। ਜਦੋਂ ਨਾ ਸੁਣਿਆ ਆਪਾਂ ਬਾਈਕਾਟ ਕਰਤਾ, ਬਾਹਰ ਆ ਗਏ, ਠੀਕ ਹੈ ਨਾ। ਪਰ ਜੇ ਤੁਸੀਂ ਦੇਖੋ, ਜੇ ਸਿਧਾਂਤਕ ਗੱਲ ਸਿਧਾਂਤ ਦੇ ਵਿਰੁੱਧ ਸੀ ਤਾਂ ਮੈਂ ਉਹਦਾ ਵਿਰੋਧ ਕੀਤਾ। ਮੈਂ ਨਹੀਂ ਦੇਖਿਆ ਵੀ ਇਹ ਮੁੱਖ ਮੰਤਰੀ ਸਾਹਿਬ ਨੇ ਜਾਂ ਹਰਿਆਣਾ ਸਰਕਾਰ ਨੇ ਪੋਸਟ ਕ੍ਰੀਏਟ ਕੀਤੀ ਹੈ। ਮੈਂ ਕਹਿਤਾ ਭਾਈ ਇਹ ਪੋਸਟ ਗਲਤ ਆ, ਇਹ ਤੁਸੀਂ ਜਿਹੜਾ ਉਹਦਾ ਵਾ ਗਲਤ ਕ੍ਰੀਏਟ ਕੀਤਾ ਵਾ, ਇਹ ਕਿਸੇ ਵਿਅਕਤੀ ਦਾ ਹੋ ਹੀ ਨਹੀਂ ਸਕਦਾ। ਹੁਣ ਵੀ ਮੇਰੀ ਸਟੇਟਮੈਂਟ ਕੱਲ ਦੀ ਸਾਰੇ ਅਖਬਾਰਾਂ 'ਚ ਛਪੀ ਆ, ਤੁਸੀਂ ਦੇਖੋ ਵੀ ਮੇਰੇ ਵਾਲੀ ਜਿਹੜੀ ਗੱਲ ਸੀ ਉਹਨੂੰ ਦਿੱਲੀ ਕਮੇਟੀ ਨੇ, SGPC ਨੇ ਵੀ ਫਾਲੋ ਕੀਤਾ, ਤੇ ਹੁਣ ਵਿਧਾਨ ਸਭਾ 'ਚ ਵੀ ਜਿਹੜੇ MLA ਸੀਗੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਉਸ ਚੀਜ਼ ਨੂੰ ਜਿਹੜਾ ਫਾਲੋ ਕੀਤਾ। ਔਰ ਮੈਂ ਕਿਹਾ ਸੀਗਾ ਕਿ 1921 ਦੇ ਵਿੱਚ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਸੀ, 2022 'ਚ ਫੇਰ ਸੌਂਪਤੇ ਤੁਸੀਂ ਮਹੰਤ ਨੂੰ। ਮੈਂ ਵਿਰੋਧ ਕੀਤਾ ਇਸ ਗੱਲ ਦਾ, ਮੈਂ ਸਰਕਾਰ ਦੀ ਇਸ ਗੱਲ ਨਾਲ ਸਹਿਮਤ ਤਾਂ ਨਹੀਂ ਨਾ ਹੋਇਆ। ਹੁਣ ਅੱਗੇ ਸਰਕਾਰ ਨੇ ਦੇਖਣਾ ਨਹੀਂ ਦੇਖਣਾ ਉਹਦੀ ਮਰਜ਼ੀ। ਦਾਦੂਵਾਲ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸ਼੍ਰੋਮਣੀ ਕਮੇਟੀ ਲਗਾਤਾਰ ਹਸਤਾਖਰ ਮੁਹਿੰਮ ਪੰਜਾਬ 'ਚ ਚੱਲ ਰਹੀ ਹੈ ਤੇ ਪੂਰੇ ਮੁਲਕ ਭਰ ਦੇ ਵਿੱਚ ਵੱਖੋ ਵੱਖਰੇ ਥਾਵਾਂ ਤੇ ਗੁਰਦੁਆਰਿਆਂ ਦੇ ਵਿੱਚ ਹੋ ਰਿਹਾ ਸਾਰਾ ਕੁਝ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਵੱਲੋਂ ਧਰਮ ਪ੍ਰਚਾਰ ਕਮੇਟੀ ਬਣਾਈ, ਇਸੇ ਤਰ੍ਹਾਂ ਦਿੱਲੀ ਵਾਲਿਆਂ ਨੇ ਵੀ ਅੰਮ੍ਰਿਤਸਰ ਦੇ ਵਿੱਚ ਆਪਣਾ ਇੱਕ ਦਫ਼ਤਰ ਖੋਲ੍ਹਿਆ, ਤੁਸੀਂ ਹਰਿਆਣੇ ਦੇ ਵਿੱਚ ਹੁਣ ਧਰਮ ਪ੍ਰਚਾਰ ਕਮੇਟੀ ਬਣਾਈ ਹੈ। ਕੀ ਤੁਸੀਂ ਆਪਣੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਹਰਿਆਣੇ ਦੇ ਵਿੱਚ ਕੋਈ ਮੋਰਚਾ ਵਿੱਢੋਗੇ? ਕਿਉਂਕਿ ਘੱਟੋ ਘੱਟ ਹਰਿਆਣੇ ਦੇ ਸਿੱਖ ਇਸ ਨੂੰ ਉਸ ਕਿਸੇ ਨਾਲ ਉਸ ਤਰੀਕੇ ਨਾਲ ਉਭਾਰਨ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ ਹੈ, ਤੁਹਾਡੇ ਇੱਧਰੋਂ ਉਹੋ ਜਿਹੀ ਹੋਵੇ। ਤੁਸੀਂ ਦੇਖਿਆ ਹੋਣਾ ਕਿ ਭਾਈ ਅਮਰਤਪਾਲ ਸਿੰਘ ਵੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ, ਉਹਦਾ ਪ੍ਰੈਸ਼ਰ ਕਹਿੰਦੇ ਕੇਂਦਰ ਦੇ ਉੱਤੇ ਵੀ ਜਾ ਰਿਹਾ ਕਿ ਕੇਂਦਰ ਸਰਕਾਰ ਦੇਖ ਰਹੀ ਹੈ ਕਿ ਸਿੱਖ ਆਪਣੀਆਂ ਮੰਗਾਂ ਨੂੰ ਲੈ ਕੇ, ਆਪਣੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਆਪਣੇ ਮੁੱਦਿਆਂ ਨੂੰ ਲੈ ਕੇ ਧਾਰਮਿਕ ਤੇ ਸਿਆਸੀ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਮਜ਼ਬੂਤ ਹੁੰਦੇ ਜਾ ਰਹੇ ਨੇ, ਤੇ ਦਾਦੂਵਾਲ ਸਾਹਿਬ ਉਹਦੇ ਵਿੱਚ ਕਿਸ ਤਰੀਕੇ ਦਾ ਰੋਲ ਨਿਭਾਉਣਗੇ? ਸਭ ਤੋਂ ਪਹਿਲੀ ਗੱਲ ਤਾਂ ਇਹ ਸੁਖਵਿੰਦਰ ਸਿੰਘ ਜੀ, ਦੇਖੋ ਜਦੋਂ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਲਹਿਰ ਉੱਠੀ ਸੀ, ਗੁਰਦੁਆਰਾ ਅੰਬ ਸਾਹਿਬ ਮੋਰਚਾ ਲੱਗਾ ਸੀ, ਅਸੀਂ ਉਹਦਾ ਵੀ ਸਮਰਥਨ ਕੀਤਾ। ਫਿਰ ਹਸਨਪੁਰ ਲੱਗਾ, ਭਾਈ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ ਲਾਇਆ ਸੀ ਅੰਬ ਸਾਹਿਬ, ਫਿਰ ਬਾਪੂ ਸੂਰਜ ਸਿੰਘ ਨੇ ਲਾਇਆ ਹਸਨਪੁਰ, ਫਿਰ ਬਰਗਾੜੀ ਦਾ ਇਨਸਾਫ ਮੋਰਚਾ ਵੀ 6.5 ਮਹੀਨੇ ਚੱਲਿਆ। ਅਸੀਂ ਹਰ ਸਮੇਂ ਬੰਦੀ ਸਿੰਘਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਰਿਹਾਈਆਂ ਹੋਈਆਂ ਵੀ ਨੇ ਪਿਛਲੇ ਸਮੇਂ 'ਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਚ ਹੀ ਹੋਈਆਂ ਨੇ। ਨਾਲੇ ਭਾਈ ਦਇਆ ਸਿੰਘ ਲਾਹੌਰੀਏ ਦੀ ਹੋਈ ਹੈ, ਭਾਈ ਲਾਲ ਸਿੰਘ ਕਾਲਗੜ੍ਹ ਦੀ ਹੋਈ ਹੈ, ਭਾਈ ਹਰਨੇਕ ਸਿੰਘ ਭੱਪ ਦੀ ਹੋਈ ਹੈ, ਭਾਈ ਸੁਬੇਗ ਸਿੰਘ ਦੀ ਹੋਈ ਹੈ। ਕਿੰਨੇ ਸਿੰਘਾਂ ਦੀਆਂ ਹੋਈਆਂ, ਕਿੰਨੀਆਂ ਪਰੋਲਾਂ ਸ਼ੁਰੂ ਹੋਈਆਂ ਨੇ। ਜਿਹੜੀਆਂ ਰਹਿੰਦੀਆਂ ਨੇ ਉਹਦੀ ਰਿਹਾਈ ਵਾਸਤੇ ਸਾਡੀ ਮੰਗ ਆ। ਅਸੀਂ ਮੁੱਖ ਮੰਤਰੀ ਹਰਿਆਣਾ ਨੂੰ ਮੰਗ ਪੱਤਰ ਦਿੱਤਾ, ਪ੍ਰਧਾਨ ਮੰਤਰੀ ਸਾਹਿਬ ਨੂੰ ਹਰਿਆਣਾ ਕਮੇਟੀ ਵੱਲੋਂ ਮਤਾ ਪਾਸ ਕਰਕੇ ਚਿੱਠੀ ਲਿਖੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ 10 ਸਾਲ, ਉਦੋਂ ਤਾਂ ਇਹਨਾਂ ਮੁਹਿੰਮ ਚਲਾਈ ਨਹੀਂ, ਉਦੋਂ ਦਾ ਵਿਰੋਧ ਕਰਦੇ ਰਹੇ। ਉਦੋਂ ਤਾਂ ਮੁੱਖ ਮੰਤਰੀ ਸਾਹਿਬ ਵੀ ਦਿੱਲੀ ਮੁੱਖ ਮੰਤਰੀ ਨੂੰ ਲਿਖਦੇ ਸੀ ਵੀ ਇਹ ਬੜੇ ਖਤਰਨਾਕ ਅੱਤਵਾਦੀ, ਇਹਨਾਂ ਨੂੰ ਸ਼ਿਫਟ ਨਾ ਕਰ ਦਿਓ ਪੰਜਾਬ, ਕਿਤੇ ਮਾਹੌਲ ਖਰਾਬ ਹੋ ਜਾਊਗਾ। ਭੁੱਲਰ ਸਾਹਿਬ ਬਾਰੇ ਲਿਖਿਆ ਸੀਗਾ 5 ਵਾਰ ਦੇ ਚੀਫ ਮਿਨਿਸਟਰ ਨੇ। ਪਰ ਹੁਣ ਜੇ ਚਲਾਈ, ਅਸੀਂ ਕਹਿੰਦੇ ਦੇਰ ਆਏ ਦਰੁਸਤ ਆਏ। ਮੈਂ ਪਿਛਲੇ ਦਿਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਗਿਆ, ਉੱਥੇ ਬਾਹਰ ਕਾਊਂਟਰ ਲੱਗਾ ਸੀਗਾ, ਸੇਵਾਦਾਰ ਫਾਰਮ ਭਰ ਰਹੇ, ਮੈਂ ਖੁਦ ਜਾ ਕੇ ਫਾਰਮ ਭਰ ਕੇ ਆਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ। ਮੈਂ ਸ਼ਲਾਘਾ ਵੀ ਕੀਤੀ, ਇੱਕ TV ਚੈਨਲ ਵੀ ਸੀਗਾ। ਮੈਂ ਕਿਹਾ ਵੀ ਦੇਰ ਆਏ ਦਰੁਸਤ ਆਏ, ਚੰਗੀ ਗੱਲ ਆ, ਚੰਗੀ ਗੱਲ ਦੀ ਮੈਂ ਸ਼ਲਾਘਾ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਕੰਮ ਕਰ ਰਹੇ ਆ ਤੇ ਸ਼ਲਾਘਾ ਵਾ, ਸਮਰਥਨ ਕੀਤਾ। ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ 7 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੀ ਮਾਰਚ ਹੋ ਰਿਹਾ। ਮੇਰੇ ਕੋਲੇ ਸੱਦਾ ਆਇਆ, ਜਥੇਦਾਰ ਹਵਾਰਾ ਸਾਹਿਬ ਦੀ ਦੇਖ ਰੇਖ ਦੇ ਵਿੱਚ ਉਹ ਸਾਰੀਆਂ ਜਥੇਬੰਦੀਆਂ ਕਰ ਰਹੀਆਂ, ਮੈਂ ਉਹਦਾ ਵੀ ਸਮਰਥਨ ਕੀਤਾ। ਮੈਂ ਅਪੀਲ ਕਰਦਾ ਵੱਧ ਤੋਂ ਵੱਧ ਉੱਥੇ ਪਹੁੰਚੋ ਔਰ ਉੱਥੇ ਜਾ ਕੇ ਜਿਹੜਾ ਇਸ ਚੀਜ਼ ਦਾ ਜਿਹੜਾ ਸਮਰਥਨ ਕੀਤਾ ਜਾਵੇ। ਜਿੱਥੇ ਵੀ ਕਿਤੇ ਪੰਥ ਦੀ ਕਿਸੇ ਜਥੇਬੰਦੀ ਵੱਲੋਂ ਪੰਥ ਦੇ ਕਿਸੇ ਮੁੱਦੇ ਤੇ ਆਵਾਜ਼ ਉਠਾਈ ਆ,
ਬਲਜੀਤ ਸਿੰਘ ਦਾਦੂਵਾਲ ਨੇ ਉਹਦਾ ਸਮਰਥਨ ਕੀਤਾ। ਮੈਂ ਨਹੀਂ ਦੇਖਿਆ ਕਿ ਜਥੇਬੰਦੀ ਕਿਹੜੀ ਆ ਕਿਹੜੀ ਨਹੀਂ ਆ ਜਾਂ ਇਹ ਕੌਣ ਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੋ 10 ਸਾਲ ਤਾਂ ਉਹਨਾਂ ਨੇ ਚਲਾਈ ਨਹੀਂ ਜਦੋਂ ਰਾਜ ਰਿਹਾ ਲਗਾਤਾਰ, ਪਰ ਚਲੋ ਹੁਣ ਚਲਾਤੀ। ਅਸੀਂ ਕਿਹਾ ਦੇਰ ਆਏ ਦਰੁਸਤ ਆਏ, ਅਸੀਂ ਸ਼ਲਾਘਾ ਕੀਤੀ ਉਹਦੀ, ਚੰਗੀ ਗੱਲ ਦੀ ਸ਼ਲਾਘਾ ਕਰਦੇ ਆ, ਅਸੀਂ ਚੰਗੀ ਗੱਲ ਦਾ ਸਾਥ ਦਿੰਨੇ ਆ। ਹਰਿਆਣੇ 'ਚ ਵੀ ਅਸੀਂ ਧਰਮ ਪ੍ਰਚਾਰ ਦੀ ਲਹਿਰ ਆਰੰਭੀ ਆ, ਘਰ ਘਰ ਜਾਵਾਂਗੇ ਧਰਮ ਪ੍ਰਚਾਰ ਪਿੰਡਾਂ ਨਗਰਾਂ। ਹੁਣ ਕੱਲ ਨੂੰ ਮੈਂ ਦੇਖੋ ਕਰਨਾਲ ਜਾ ਰਿਹਾ, ਉੱਥੇ ਗੁਰਪੁਰਬ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ। ਆਪਣਾ ਗੁਰਦੁਆਰਾ ਪਾਤਸ਼ਾਹੀ ਪਹਿਲੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਕਰਨਾਲ, ਤਾਂ ਉੱਥੇ ਉੱਥੇ ਮੇਰੀ ਸਮੂਲੀਅਤ ਹੈ। 2 ਦਿਨ ਬਾਅਦ ਫਿਰ ਮੈਂ ਅੰਬਾਲੇ ਦੀ ਸਾਈਡ ਜਾ ਰਿਹਾ ਵਾਂ, 2 ਦਿਨ ਬਾਅਦ ਫਿਰ ਮੈਂ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਦਿੱਲੀ ਜਾ ਰਿਹਾ ਵਾਂ। ਧਰਮ ਪ੍ਰਚਾਰ ਦੀ ਲਹਿਰ ਸਾਡੀ ਨਿਰੰਤਰ ਜਾਰੀ ਆ, ਤੇ ਅਸੀਂ ਇਹਨਾਂ ਧਰਮ ਪ੍ਰਚਾਰ ਦੇ ਦੌਰਾਨ ਅਸੀਂ ਇਹਨਾਂ ਪੰਥਕ ਮੁੱਦਿਆਂ ਦੀ ਗੱਲ ਸੰਗਤਾਂ 'ਚ ਕਰਦੇ ਹਾਂ। ਸਰਕਾਰਾਂ ਨੂੰ ਹਮੇਸ਼ਾ ਦੇਖੋ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਮੈਂ ਕਿਸਾਨਾਂ ਦੀ ਮੰਗ ਵੀ ਮਤਾ ਪਾਸ ਕਰਕੇ ਮੁੱਖ ਮੰਤਰੀ ਸਾਹਿਬ ਹਰਿਆਣਾ ਕੋਲੇ ਲਗਿਆ ਸੀਗਾ। ਮੈਂ ਕਿਹਾ ਮੁੱਖ ਮੰਤਰੀ ਸਾਹਿਬ ਤੁਸੀਂ ਕੇਂਦਰ ਸਰਕਾਰ ਨਾਲ ਗੱਲਬਾਤ ਕਰੋ, ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਵਿਚੋਲੇ ਬਣੋ ਤੁਸੀਂ। ਕਈ ਮੀਡੀਆ ਨੇ ਇਹੀ ਕਹਿਤਾ ਜੀ ਦਾਦੂਵਾਲ ਵਿਚੋਲਾ ਬਣਨਾ ਚਾਹੁੰਦਾ ਜੀ, ਦਾਦੂਵਾਲ ਨਹੀਂ ਸੀ ਵਿਚੋਲਾ ਬਣਨਾ ਚਾਹੁੰਦਾ। ਮੀਡੀਆ ਆਪਣੀ TRP ਦੇਖ ਲੈਂਦਾ। ਮੈਂ ਜਾ ਕੇ ਮੁੱਖ ਮੰਤਰੀ ਹਰਿਆਣਾ ਨੂੰ ਕਿਹਾ ਸੀ ਕਿ ਤੁਸੀਂ ਵਿਚੋਲੇ ਬਣੋ, ਬਕਾਇਦਾ ਮਤਾ ਪਾਸ ਕਰਕੇ ਦਿੱਤਾ। ਤੇ ਉਹਨਾਂ ਨੇ ਕੀ ਵਰਕ ਕੀਤਾ ਕੀ ਨਹੀਂ ਕੀਤਾ, ਚਲੋ ਸਾਰਿਆਂ ਦੇ ਵਰਕ ਦੇ ਨਾਲ ਹੀ ਇਹ ਫੈਸਲਾ ਹੋਇਆ ਕਿ ਮੁੱਖ ਪ੍ਰਧਾਨ ਮੰਤਰੀ ਨੇ ਗੁਰਪੁਰਬ ਵਾਲੇ ਦਿਨ ਐਲਾਨ ਕਰਤਾ 3 ਖੇਤੀ ਕਾਨੂੰਨ ਵਾਪਸ ਲੈਣ ਦਾ। ਸੋ ਇਸ ਤਰ੍ਹਾਂ ਕਹਿਣ ਤੋਂ ਭਾਵ ਹੈ ਚੰਗੀ ਗੱਲ ਕੋਈ ਕਰੇ ਆਪਾਂ ਉਹਦੀ ਸ਼ਲਾਘਾ ਕਰਦੇ ਹਾਂ, ਮਾੜੀ ਗੱਲ ਕਿਸੇ ਦੀ ਹੋਵੇ ਵਿਰੋਧ ਕਰਦੇ ਹਾਂ। ਜਿਹੜਾ ਗੁਰਬਾਣੀ, ਗੁਰ ਸਿਧਾਂਤ, ਗੁਰ ਇਤਿਹਾਸ ਦੇ ਅਨੁਸਾਰ ਕੋਈ ਫੈਸਲਾ ਗੁਰਬਾਣੀ ਦੀ ਰੋਸ਼ਨੀ 'ਚ ਕੋਈ ਜਥੇਬੰਦੀ ਜਾਂ ਕੋਈ ਸੰਸਥਾ ਲੈਂਦੀ ਆ, ਕੋਈ ਸਰਕਾਰ ਲੈਂਦੀ ਆ, ਉਹਦੀ ਸ਼ਲਾਘਾ। ਹੁਣ ਸਾਹਿਬਜ਼ਾਦੇ ਦਿਨ ਮਨਾਉਣ ਦੀ ਅਸੀਂ ਸ਼ਲਾਘਾ ਕੀਤੀ ਆ, ਨਾਂ ਦੀ ਅਸੀਂ ਸ਼ਲਾਘਾ ਨਹੀਂ ਕੀਤੀ। ਅਸੀਂ ਨਾਂ ਤੇ ਕਿਹਾ ਵੀ ਸਰਕਾਰ ਵਿਚਾਰ ਕਰ ਲੇ, ਨਾਂ ਤੇ ਸਰਕਾਰ ਜ਼ਰੂਰ ਵਿਚਾਰ ਕਰੇ। ਏਡਾ ਵੱਡਾ ਤੁਸੀਂ ਦਿਨ ਮਨਾਤਾ, ਜੇ ਜਿਹੜੀ ਕੌਮ ਦਾ ਦਿਨ ਮਨਾਇਆ ਜੇ ਉਸ ਕੌਮ 'ਚ ਨਾਰਾਜ਼ਗੀ ਆ ਤੇ ਆਪਾਂ ਨਾਰਾਜ਼ਗੀ ਦੂਰ ਕਰ ਲੈਣੀ ਚਾਹੀਦੀ ਹੈ। ਕਿੱਡੀ ਕੁ ਗੱਲ ਹੈ ਜੀ, ਬਿਲਕੁਲ। ਹੁਣ ਜੇ ਇਹ ਗੱਲ ਗਲਤ ਪ੍ਰਚਲਿਤ ਹੋ ਜਾਂਦੀ, ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਸਾਨੂੰ ਗਲਤ ਪੜ੍ਹਾਇਆ ਗਿਆ, ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਵੀ ਸਾਨੂੰ ਗਲਤ ਪੜ੍ਹਾਇਆ ਗਿਆ, ਅਸੀਂ ਸਹੀ ਪੜ੍ਹਾਉਣਾ ਚਾਹੁੰਦੇ ਆ, ਤਾਂ ਫਿਰ ਇਹ ਜਿਹੜੀ ਗੱਲ ਹੈ ਜਿਹਨੂੰ ਕੌਮ ਗਲਤ ਮੰਨ ਰਹੀ ਹੈ ਇਹਨੂੰ ਵੀ ਤੁਸੀਂ, ਨਹੀਂ ਤਾਂ ਫਿਰ ਇਹ ਵੀ ਪ੍ਰਚਲਿਤ ਹੋ ਜਾਊਗੀ ਵੀਰਵਾਲ ਦਿਵਸ ਵਾਲੀ। ਇਸ ਕਰਕੇ ਇਹਨੂੰ ਵੀ ਸਰਕਾਰ ਨੂੰ ਚਾਹੀਦਾ ਬਦਲ ਦੇਣਾ ਚਾਹੀਦਾ। ਜਦੋਂ ਕੌਮ ਕਹਿ ਰਹੀ ਹੈ ਕਿ ਸਾਹਿਬਜ਼ਾਦਿਆਂ ਦਾ ਦਿਨ ਸਾਹਿਬਜ਼ਾਦਿਆਂ ਦੇ ਅਨੁਸਾਰ ਹੀ ਨਾਂ ਰੱਖਿਆ ਜਾਵੇ, ਭਾਵੇਂ ਕਿ ਜਿਹੜੇ ਹੁਣ ਜਿਨ੍ਹਾਂ ਨੇ ਵਿਰੋਧ ਕੀਤਾ ਹੈ, ਹੁਣ ਤੁਸੀਂ ਦੇਖੋ ਪੰਜਾਬ ਦੇ ਸਾਬਕਾ ਡਿਪਟੀ CM ਦਾ ਉਸ ਵੇਲੇ ਦੇ ਬਿਆਨ, ਆ ਕੱਲ ਵੀ ਮੈਂ ਅਖਬਾਰਾਂ 'ਚ ਪੜ੍ਹ ਰਿਹਾ ਸੀ, ਉਹਨਾਂ ਨੇ ਬਾਲ ਦਿਵਸ ਦੀ ਪ੍ਰੋੜਤਾ ਕੀਤੀ ਸੀ, ਬਾਲ ਦਿਵਸ ਵਾਸਤੇ। ਅੱਜ ਉਹ ਕਹਿ ਰਹੇ ਆ ਬਾਲ ਨਹੀਂ ਬਾਬੇ ਆ, ਉਹਨਾਂ ਨੇ ਤਾਂ ਸਟੈਂਡ ਬਦਲ ਲਿਆ। ਪਰ ਸਾਡਾ ਅੱਜ ਵੀ ਉਹੀ ਹੈ ਸਟੈਂਡ, ਅਸੀਂ ਜਿਹੜਾ ਪਹਿਲਾਂ ਰੱਖਿਆ ਸੀਗਾ ਕਿ ਜਿਸ ਕੌਮ, ਅਸੀਂ ਇਸ ਦਿਨ ਮਨਾਉਣ ਦੀ ਸ਼ਲਾਘਾ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਦਿਨ ਮਨਾਇਆ, ਵਧਾਈ ਦੇ ਪਾਤਰ ਆ, ਪਰ ਜਿਸ ਨਾਂ ਤੇ ਕੌਮ ਨੂੰ ਇਤਰਾਜ਼ ਆ ਉਹਦੇ ਤੇ ਵਿਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ। ਤੇ ਕੌਮ ਨੂੰ ਖੁਸ਼ ਕਰਨ ਵਾਸਤੇ ਇਹਨੂੰ ਜਿਹੜਾ, ਨਾਲੇ ਉਹਨਾਂ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਲਈ ਸਹੀ ਨਾਂ ਜਿਹੜਾ ਉਹ ਕ੍ਰੀਏਟ ਕਰ ਲੈਣਾ ਚਾਹੀਦਾ। ਬਿਲਕੁਲ, ਸਿਆਸਤਦਾਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਇਹਦੇ ਤੋਂ, ਇੱਕ ਗੱਲ ਤਾਂ ਸਾਫ਼ ਜਿਹੜੀ ਨਜ਼ਰ ਆਉਂਦੀ ਹੈ। ਰਹੀ ਗੱਲ ਮਹੰਤ ਕਰਮਜੀਤ ਸਿੰਘ ਤੇ ਲੱਗੇ ਇਲਜ਼ਾਮਾਂ ਦੀ, ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨਾਲ ਵੀ ਚਰਚਾ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਤੁਹਾਡੇ ਤੇ ਲੱਗੇ ਇਲਜ਼ਾਮਾਂ ਬਾਰੇ ਤੁਹਾਡਾ ਕੀ ਕਹਿਣਾ ਹੈ। ਸ਼ੁਕਰੀਆ ਦਾਦੂਵਾਲ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।